ਇੱਥੇ ਬਣਾ ਕੇ ਕੁਰਸੀ हाँ जी, वेलकम बैक टू द चैनल द हर्बल अर्थ। ਤੇ ਅੱਜ ਦਾ ਜਿਹੜਾ ਸੈਸ਼ਨ ਹੈਗਾ ਵੈਬੀਨਾਰ ਆਲਰੇਡੀ ਸਾਰਿਆਂ ਨੂੰ ਪਤਾ ਹੈਗਾ ਆ ਤੇ ਜਿਨ੍ਹਾਂ ਨੇ ਹੱਲੇ ਤੱਕ ਜੁਆਇਨ ਨਹੀਂ ਕੀਤਾ ਤੇ ਉਹ ਵੀ ਕਰ ਲੈਣਗੇ। ਬਟ ਅਸੀਂ ਆਪਣਾ ਸੈਸ਼ਨ ਜਿਹੜਾ ਸਟਾਰਟ ਕਰਦੇ ਹਾਂ ਤੇ ਕੱਲ ਵੀ ਮੈਂ ਮਤਲਬ ਜਿਹੜੇ ਜਿਨ੍ਹਾਂ ਨੂੰ ਵੀ ਇਹ ਚੀਜ਼ਾਂ ਗਰੁੱਪ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਸੈਂਡ ਕੀਤੀ ਆ ਉਹਨਾਂ ਨੂੰ ਇਹੀ ਦੱਸਿਆ ਹੈਗਾ ਕਿ ਵੈਬੀਨਾਰ ਦਾ ਜਿਹੜਾ ਇੰਪੋਰਟੈਂਸ ਹੈਗੀ ਆ ਉਹ ਕੀ ਹੈਗੀ ਆ। ਜਿੰਨੇ ਜਾਣੇ ਵੀ ਜੁਆਇਨ ਕਰ ਰਹੇ ਹੈਗੇ ਆ ਤਾਂ ਜਾਂ ਕਰੂਗੇ ਜਾਂ ਫਿਰ ਆਫਟਰ ਦੈਟ ਤਾਂ ਰਿਕਾਰਡਿੰਗਸ ਤਾਂ ਤੁਹਾਨੂੰ ਜਿਹੜੀਆਂ ਅਪਲੋਡ ਮਿਲ ਹੀ ਜਾਂਦੀਆਂ ਹੈਗੀਆਂ। ਤੇ ਵੈਲਕਮ ਬੈਕ ਐਂਡ ਗੁੱਡ ਮਾਰਨਿੰਗ ਟੂ ਆਲ ਆਫ ਯੂ। ਤੇ ਅੱਜ ਦਾ ਜਿਹੜਾ ਸੈਸ਼ਨ ਹੈਗਾ ਆ ਉਹ ਬਹੁਤ ਹੀ ਜਨਰਲ ਸੈਸ਼ਨ ਹੈਗਾ ਆ, ਯਾਨੀ ਕਿ ਇੱਕ ਨੈਚੁਰੋਪੈਥੀ ਤੇ ਜਿਨ੍ਹਾਂ ਨੂੰ ਆਪਾਂ ਸਟਾਰਟ ਕੀਤਾ ਹੈਗਾ ਔਰ ਬਹੁਤ ਸਾਰੇ ਲੋਕੀ ਆ ਜਿਹੜੇ ਇਹਨੂੰ ਅਪਣਾ ਵੀ ਚੁੱਕੇ ਆ ਔਰ ਬਹੁਤ ਸਾਰੇ ਹੈਗੇ ਜਿਹੜੇ ਇਹਨੂੰ ਅਪਣਾਉਣਾ ਚਾਹੁੰਦੇ ਆ ਬਟ ਉਹਨਾਂ ਨੂੰ ਹਲੇ ਪ੍ਰੋਪਰ ਜਿਹੜਾ ਆ ਇਸ ਚੀਜ਼ ਬਾਰੇ ਪਤਾ ਨਹੀਂ ਆ। ਲੇਕਿਨ ਮੈਂ ਆਪਣੀ ਇੰਟਰੋਡਕਸ਼ਨ ਕਰਵਾ ਦਿੰਨੀ ਆ। ਆਈ ਐਮ ਡਾਈਟੀਸ਼ੀਅਨ ਚੇਤਨਾ, ਡਾਈਟੀਸ਼ੀਅਨ ਐਂਡ ਨਿਊਟ੍ਰੀਸ਼ਨਿਸਟ। ਔਰ ਅੱਜ ਦਾ ਜਿਹੜਾ ਇਹ ਸੈਸ਼ਨ ਆ ਬਹੁਤ ਹੀ ਜ਼ਿਆਦਾ ਜਿਹੜਾ ਆ ਇੰਪੋਰਟੈਂਟ ਇਸ ਕਰਕੇ ਹੈਗਾ ਆ ਕਿਉਂਕਿ ਜਿਨ੍ਹਾਂ ਨੂੰ ਨੈਚੁਰੋਪੈਥੀ ਬਾਰੇ ਨਹੀਂ ਪਤਾ ਹੈਗਾ ਅਸਲ ਦੇ ਵਿੱਚ ਨੈਚੁਰੋਪੈਥੀ ਕੀ ਹੈਗੀ ਆ, ਕੀ ਇਹਦੀ ਵੈਲਿਊ ਆ। ਪਰ ਕਈ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਸ਼ਾਇਦ ਇਹ ਕੋਈ ਆਯੁਰਵੈਦਿਕ ਹੈਗਾ ਆ ਜਾਂ ਕੋਈ ਦੇਸੀ ਹੈਗਾ ਆ, ਲੇਕਿਨ ਇਹਨੂੰ ਪ੍ਰੋਪਰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਇਸ ਕਰਕੇ ਮੈਂ ਇੱਕ ਜਿਹੜਾ ਸੈਸ਼ਨ ਆ ਇਹ ਮਾਰਨਿੰਗ ਦੇ ਵਿੱਚ ਵੀ ਇਸ ਵਜ੍ਹਾ ਨਾਲ ਰੱਖਿਆ ਆ ਕਿ ਆਪਣਾ ਜਿਹੜਾ ਥੋੜਾ ਅਸੀਂ ਟਾਈਮ ਕੱਢ ਕੇ ਚਾਹੇ ਉਹ 15 ਮਿੰਟ ਆ 20 ਮਿੰਟ ਆ ਜਾਂ ਜਿੰਨੇ ਮਿੰਟ ਦਾ ਵੀ ਸੈਸ਼ਨ ਆ ਤੁਸੀਂ ਉਹਨੂੰ ਸੁਣੋ। ਔਰ ਜਿਹੜੇ ਤੁਹਾਡੇ ਕੰਮਕਾਰ ਹੈਗੇ ਆ ਘਰਾਂ ਦੇ ਉਹ ਆਲਰੇਡੀ ਚੱਲਣ ਤੋਂ ਤੁਸੀਂ ਕਮ ਸੇ ਕਮ ਇਸ ਚੀਜ਼ ਨੂੰ ਜੁਆਇਨ ਕਰਕੇ ਮੇਨ ਹੈਗਾ ਆ ਕਿ ਜਿਹੜੀ ਆਵਾਜ਼ ਆ ਉਹ ਤੁਹਾਡੇ ਕੰਨ ਤੱਕ ਪਹੁੰਚਣੀ ਚਾਹੀਦੀ ਆ। ਅਗਰ ਉਹ ਚੀਜ਼ ਤੁਹਾਡੇ ਰੈਗੂਲਰ ਜਾ ਰਹੀ ਹੈਗੀ ਆ ਤੇ ਤੁਹਾਨੂੰ ਸਮਝ ਲੱਗ ਰਹੀ ਆ, ਅਵੇਅਰ ਹਰ ਕੋਈ ਆ, ਮੈਂ ਇਹ ਨਹੀਂ ਕਹਿੰਦੀ ਕਿ ਅਵੇਅਰ ਨਹੀਂ। ਕਰੋਨਾ ਕਾਲ ਤੋਂ ਦੇ ਵਿੱਚ ਤੇ ਜਾਂ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਲੋਕੀ ਆ ਜਿਹੜੇ ਇਸ ਚੀਜ਼ ਦੀ ਜਾਗਰੂਕ ਹੋਏ ਆ। ਲੇਕਿਨ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਹੈਗਾ ਆ ਕਿ ਜਦੋਂ ਅਸੀਂ ਕਿਸੇ ਪ੍ਰੋਫੈਸ਼ਨਲ ਕੁਆਲੀਫਾਈਡ ਡਾਈਟੀਸ਼ੀਅਨ ਜਾਂ ਕੰਸਲਟੇਸ਼ਨ ਤੋਂ ਇਹ ਚੀਜ਼ਾਂ ਸੁਣਦੇ ਹੈਗੇ ਆ ਤੇ ਉਹ ਜ਼ਿਆਦਾ ਚੀਜ਼ ਜਿਹੜੀ ਸਾਡੀ ਸਮਝ ਪੈਂਦੀ ਹੈਗੀ ਆ। ਸੋ ਨੈਚੁਰੋਪੈਥੀ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗੀ ਕਿ ਜਿਹੜਾ ਨੈਚੁਰੋਪੈਥੀ ਹੈਗਾ ਕੁਦਰਤੀ ਢੰਗ, ਜਿਹਨੂੰ ਆਪਾਂ ਨਾਰਮਲ ਭਾਸ਼ਾ ਦੇ ਵਿੱਚ ਦੇਸੀ ਕਹਿ ਦਿੰਦੇ ਆ ਜਾਂ ਇਹ ਕਹਿ ਦਿੰਦੇ ਆ ਕਿ ਜਿਵੇਂ ਕਿ ਅੱਗੇ ਪੜ੍ਹਦੇ ਸੀ ਘਰ ਦੇ ਨੁਸਖੇ, ਘਰਾਂ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਮੌਜੂਦ ਹੈਗੀਆਂ ਆ। ਠੀਕ ਹੈ, ਨੈਚੁਰੋਪੈਥੀ ਇਹ ਚੀਜ਼ ਹੈ ਕਿ ਕੁਦਰਤੀ ਢੰਗ, ਕੁਦਰਤ ਨੂੰ ਅਗਰ ਤੁਸੀਂ ਜਗ੍ਹਾ ਦਓਗੇ ਆਪਣੀ ਲਾਈਫ ਸਟਾਈਲ ਦੇ ਵਿੱਚ ਤਾਂ ਕੁਦਰਤ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ ਤੁਹਾਨੂੰ ਰਿਟਰਨ ਦੇ ਵਿੱਚ ਵਾਪਿਸ ਦਿੰਦੀ ਆ। ਫੋਰ ਐਗਜ਼ਾਮਪਲ ਜਿਵੇਂ ਤੁਸੀਂ ਸਾਰਿਆਂ ਨੇ ਬਚਪਨ 'ਚ ਪੜ੍ਹਿਆ ਹੀ ਹੋਣਾ ਆ ਕਿ ਦਰਖਤ ਲਗਾਓ, ਪਲਾਂਟ ਅ ਟਰੀ। ਕਿਉਂ ਕਹਿੰਦੇ ਆ ਉਹ ਕਿ ਦਰਖਤ ਲਗਾਓ? ਸਿਰਫ ਇਸ ਕਰਕੇ ਕਿਉਂਕਿ ਰਿਟਰਨ ਦੇ ਵਿੱਚ ਨੇਚਰ ਸਾਨੂੰ ਬਹੁਤ ਚੀਜ਼ਾਂ ਵਾਪਿਸ ਕਰਦੀ ਆ। ਸਭ ਤੋਂ ਪਹਿਲੀ ਚੀਜ਼ ਕਿ ਉਹ ਸਾਡੀ ਜਿਹੜੀ ਬਰੀਥਿੰਗ ਜਿਹੜੀਆਂ ਪ੍ਰੋਬਲਮਸ ਹੈਗੀਆਂ, ਇਨਫੈਕਸ਼ਨਸ ਆ, ਉਹਨਾਂ ਨੂੰ ਸਹੀ ਕਰਦੀ ਆ। ਸਾਨੂੰ ਰੈਸਪੀਰੇਟਰੀ ਡਿਸੀਜ਼ਸ ਨਹੀਂ ਹੋਣ ਦਿੰਦੀ, ਪ੍ਰੋਪਰ ਗੁੱਡ ਆਕਸੀਜਨ ਜਾਂਦੀ ਆ। ਦੂਸਰਾ ਇਹ ਹੈਗਾ ਆ ਕਿ ਇਹਨੂੰ ਆਪਾਂ ਮੈਡੀਸਨ ਦੇ ਰੂਪ ਦੇ ਵਿੱਚ ਵੀ ਇਹਨੂੰ ਮੈਡੀਸਨ ਕਿੱਦਾਂ, ਕਿਉਂਕਿ ਇਹਦੀਆਂ ਹਰਬਸ ਜਿਹੜੀਆਂ ਹੈਗੀਆਂ ਆ ਉਹਨੂੰ ਆਪਾਂ ਦਵਾਈਆਂ ਦੇ ਰੂਪ ਦੇ ਵਿੱਚ, ਦਵਾਈਆਂ ਵਰਡ ਕਹਿਣਾ ਨਹੀਂ ਚਾਹੀਦਾ ਪਰ ਮੈਨੂੰ ਇਸ ਕਰਕੇ ਕਹਿ ਰਹੀ ਹੈਗੀ ਆ ਕਿ ਜਿਵੇਂ ਕਿ ਤੁਲਸੀ ਦਾ ਪਲਾਂਟ, ਪਿੱਪਲ, ਖਜੂਰ, ਕਿੰਨੀਆਂ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿਹਨੂੰ ਅਸੀਂ ਪਲਾਂਟ ਕਰਦੇ ਆ ਔਰ ਰਿਟਰਨ ਦੇ ਵਿੱਚ ਉਹ ਸਾਨੂੰ ਜਿਹੜੀਆਂ ਇਨਫੈਕਸ਼ਨਸ ਤੋਂ ਪ੍ਰੋਟੈਕਟ ਕਰਦੀਆਂ ਆ, ਬਿਮਾਰੀਆਂ ਤੋਂ ਲੜਨ ਦੀ ਜਿਹੜੀ ਸਾਨੂੰ ਸ਼ਕਤੀ ਦਿੰਦੀਆਂ ਆ। ਸੋ ਇਸ ਕਰਕੇ ਜਿਹੜਾ ਨੈਚੁਰੋਪੈਥੀ ਹੈਗਾ ਆ ਇਹਦਾ ਸਭ ਤੋਂ ਵੱਡਾ ਔਰ ਜਨਰਲ ਔਰ ਬੇਸਿਕ ਇਹੀ ਹੈਗਾ ਆ ਕਿ ਕੁਦਰਤੀ ਢੰਗ, ਕੁਦਰਤ ਨੂੰ ਅਗਰ ਅਸੀਂ ਆਪਣੀ ਲਾਈਫ ਸਟਾਈਲ 'ਚ ਸ਼ਾਮਿਲ ਕਰਾਂਗੇ ਤਾਂ ਉਹ ਰਿਟਰਨ ਦੇ ਵਿੱਚ ਜਿਹੜੀਆਂ ਤੁਸੀਂ ਇੰਨੀਆਂ ਦਵਾਈਆਂ ਦੀਆਂ ਪੋਟਲੀਆਂ ਰੱਖ ਕੇ ਰੋਜ਼ ਇੱਕ ਟਾਈਮ ਆ ਦਵਾਈ ਸ਼ੂਗਰ ਦੀ, ਬੀਪੀ ਦੀ, ਓਬੇਸਿਟੀ ਦੀਆਂ ਢੇਰ ਸਾਰੇ ਸਪਲੀਮੈਂਟਸ ਲੈ ਰਹੇ ਹੈਗੇ ਹੋ ਕਿ ਸਾਡਾ ਭਾਰ ਘਟ ਜਾਵੇ ਤਾਂ ਜਾਂ ਫਿਰ ਸਾਨੂੰ ਡਾਇਬਟੀਜ਼ ਠੀਕ ਹੋ ਜਾਵੇ ਜਾਂ ਸਾਡੇ ਬਲੱਡ ਪ੍ਰੈਸ਼ਰਸ ਜਿਹੜੇ ਆ ਉਹ ਨਾਰਮਲਾਈਜ਼ ਰਹਿਣ, ਤਾਂ ਉਹ ਦਵਾਈਆਂ ਦੇ ਉੱਤੇ ਤੁਹਾਨੂੰ ਜਿਹੜੇ ਆ ਉਹ ਪ੍ਰੋਪਰ ਨਹੀਂ ਹੋ ਸਕਦੇ। ਇਹਦੇ ਵਿੱਚ ਨੈਚੁਰੋਪੈਥੀ ਕਿੱਦਾਂ ਤੁਹਾਡਾ ਸਾਥ ਦਿੰਦਾ ਆ? ਨੈਚੁਰੋਪੈਥੀ ਦੇ ਵਿੱਚ ਕੀ ਹੈਗਾ, ਕੁਦਰਤ ਮੈਂ ਆਲਰੇਡੀ ਦੱਸ ਚੁੱਕੀ ਆ, ਇਹਨੂੰ ਆਪਣੀ ਲਾਈਫ ਸਟਾਈਲ ਦੇ ਵਿੱਚ ਕਿੱਦਾਂ ਜਗ੍ਹਾ ਦੇਣੀ ਹੈਗੀ ਆ। ਇਹਦੇ ਵਿੱਚ ਤੁਸੀਂ ਰੈਗੂਲਰ ਆਪਾਂ ਚਾਹ ਪੀਂਦੇ ਆ, ਦੁੱਧ ਪੀਂਦੇ ਆ, ਕਣਕ ਖਾਂਦੇ ਆ, ਚਾਵਲ ਖਾਂਦੇ ਆ, ਫਿਰ ਮੈਦਾ ਖਾਂਦੇ ਆ,
ਮੈਦੇ ਤੋਂ ਬਣੀਆਂ ਢੇਰ ਸਾਰੀਆਂ ਪ੍ਰੋਸੈਸਡ ਫੂਡ, ਪੈਕੇਜ ਫੂਡ ਜਿਹੜੇ ਰੈਗੂਲਰ ਸਾਡੇ ਬੱਚੇ ਵੀ ਲੈ ਰਹੇ ਹੈਗੇ ਆ ਔਰ ਵੱਡੇ ਵੀ ਲੈ ਰਹੇ ਆ। ਲੇਕਿਨ ਇਹਨਾਂ ਨੂੰ ਆਪਾਂ ਕਿੱਦਾਂ ਕੁਦਰਤ ਨੂੰ ਨੇਚਰ ਨੂੰ ਕਿੱਦਾਂ ਆਪਣੇ ਦੇ ਵਿੱਚ ਲਾਈਫਸਟਾਈਲ ਦੇ ਵਿੱਚ ਐਡ ਕਰ ਸਕਦੇ ਆ, ਸਿਰਫ ਕਿੱਦਾਂ ਕਿ ਇਹਨਾਂ ਨੂੰ ਰਿਪਲੇਸ ਕਰਕੇ। ਕੋਈ ਔਖਾ ਨਹੀਂ ਆ, ਇਹ ਮੈਂ ਆਲਰੇਡੀ ਆਪਣੇ ਸਾਰੇ ਜਿਹੜੇ ਡਾਈਟ ਲੈ ਰਹੇ ਹੈਗੇ ਆ, ਜਿਨ੍ਹਾਂ ਨੂੰ ਇਹਨਾਂ ਬਾਰੇ ਪਤਾ ਹੈਗਾ ਆ, ਉਹ ਸ਼ੁਰੂ ਕੀਤਾ ਹੈਗਾ ਕਿਵੇਂ ਤੁਸੀਂ ਚਾਹ ਦੀ ਜਗ੍ਹਾ ਤੇ ਰਿਪਲੇਸ ਕਰਨੀਆਂ ਹੈਗੀਆਂ ਚੀਜ਼ਾਂ ਆਪਣੇ ਪ੍ਰੋਬਲਮਸ ਦੇ ਅਕੋਰਡਿੰਗ। ਜਿਨ੍ਹਾਂ ਨੂੰ ਕੋਈ ਇਨਫੈਕਸ਼ਨਸ ਨਹੀਂ ਆ, ਉਹ ਵੀ ਇੱਕ ਬਹੁਤ ਹੀ ਨਾਰਮਲ ਜਿਹੜੀ ਡਾਈਟ ਹੈਗੀ ਆ ਉਹ ਅਪਣਾ ਸਕਦੇ ਆ। ਠੀਕ ਹੈ, ਜਿਵੇਂ ਕਿ ਤੁਸੀਂ ਚਾਹ ਨਹੀਂ ਪੀਣਾ ਚਾਹੁੰਦੇ, ਤੁਹਾਡੇ ਘਰ 'ਚ ਹੀ ਬਹੁਤ ਸਾਰੀਆਂ ਚੀਜ਼ਾਂ ਏਦਾਂ ਦੀਆਂ ਔਸ਼ਧੀ ਕਹਿ ਦਿੰਦੇ ਜਿਹਨੂੰ, ਕਿ ਵਧੀਆ ਚੀਜ਼ਾਂ ਘਰ 'ਚ ਹੀ ਆ। ਹਲਦੀ ਘਰ 'ਚ ਆ, ਫਿਰ ਤੁਹਾਡੇ ਤੁਲਸੀ ਘਰਾਂ 'ਚ ਲੱਗੀ ਹੋਈ ਆ, ਜਵੈਨ ਘਰ 'ਚ ਆ, ਦਾਲਚੀਨੀ ਸਭ ਹੈਗੀ ਹੈ। ਠੀਕ ਹੈ, ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਜਿਹੜਾ ਬੋਇਲ ਕਰਕੇ ਤਾਂ ਉਹਨੂੰ ਐਟ ਰੂਮ ਟੈਂਪਰੇਚਰ ਜਿਹੜਾ ਹੈ ਪੀ ਸਕਦੇ ਹਾਂ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਕਦੀ ਵੀ ਪ੍ਰੋਬਲਮ ਕ੍ਰੀਏਟ ਹੀ ਨਹੀਂ ਹੋਣ ਦਿੰਦੀਆਂ। ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਕਿਤੇ ਸਾਡੇ ਗਟ ਸਿਸਟਮ ਤੋਂ, ਯਾਨੀ ਕਿ ਸਾਡੇ ਪੇਟ ਤੋਂ। ਠੀਕ ਹੈ, ਪੇਟ ਤੋਂ ਪ੍ਰੋਬਲਮਸ ਆਉਂਦੀਆਂ, ਐਸਿਡਿਟੀ ਬਣਦੀ ਆ, ਫਿਰ ਸਾਡਾ ਜਿਹੜੇ ਬਹੁਤ ਸਾਰੀਆਂ ਕੋਈ ਥਾਇਰਾਇਡ ਦੀ ਪ੍ਰੋਬਲਮ ਆ, ਸਰਵਾਈਕਲ ਹੋ ਰਹੀ ਹੈ, ਜੁਆਇੰਟ ਪੇਨ ਹੋ ਰਹੇ ਆ, ਬਹੁਤ ਸਾਰੀਆਂ ਹੋਰ ਦਿੱਕਤਾਂ ਜਿਹੜੀਆਂ ਇਨਫੈਕਸ਼ਨ ਵਾਇਰਸਿਸ ਆ ਰਹੇ ਹੈਗੇ ਆ, ਸਭ ਸਾਡਾ ਗਟ ਸਿਸਟਮ ਜਿਹੜਾ ਉਹ ਬਹੁਤ ਜ਼ਿਆਦਾ ਇਨਫੈਕਟੀਅਸ ਆ ਔਰ ਬਹੁਤ ਜ਼ਿਆਦਾ ਆਪਾਂ ਨੂੰ ਕਨਫਿਊਜ਼ ਕਰ ਦਿੰਦੇ ਆ। ਕਨਫਿਊਜ਼ ਕਿੱਦਾਂ ਕਰਦੇ ਹੈਗੇ ਆ ਕਿ ਕਦੀ ਆਪਾਂ ਪੇਟ ਦਰਦ ਹੋ ਗਿਆ, ਕਦੀ ਕੋਈ ਦਵਾਈ ਖਾ ਲਈ, ਸਿਰ ਦਰਦ ਹੋ ਗਿਆ, ਕਦੀ ਕੋਈ ਦਵਾਈ ਖਾ ਲਈ, ਫਿਰ ਵਿੱਚ ਹੀ ਚਾਹ ਪੀ ਲਈ, ਫਿਰ ਆਪਾਂ ਕੋਈ ਬਾਹਰ ਗਏ ਆਪਾਂ ਉੱਥੇ ਪੈਕੇਜ ਪ੍ਰੋਸੈਸ ਫੂਡ ਖਾ ਲਏ। ਠੀਕ ਆ, ਉਹ ਜਿਹੜੀ ਸਾਡੇ ਪ੍ਰੋਟੀਨ ਆ, ਵਿਟਾਮਿਨਸ ਹੈਗੇ ਆ, ਜਾਂ ਉਹ ਸਾਰੀਆਂ ਜਿਹੜੀਆਂ ਨਿਊਟ੍ਰੀਐਂਟ ਸਾਡੀ ਬਾਡੀ ਨੂੰ ਚਾਹੀਦੇ ਆ, ਉਹ ਨਹੀਂ ਮਿਲ ਰਹੇ। ਆਪਾਂ ਉਹਨਾਂ ਨੂੰ ਸਿਰਫ ਅਗਰ ਮੈਂ ਪੰਜਾਬੀ ਭਾਸ਼ਾ 'ਚ ਕਹਾਂ ਕਿ ਬਹੁਤ ਹੀ ਗਲਤ ਚੀਜ਼ਾਂ ਜਿਹਨੂੰ ਕਹਿ ਦਿੰਦੇ ਆ ਕਿ ਗੰਦਮੰਦ ਹੀ ਖਿਲਾ ਰਹੇ ਆ ਆਪਣੇ ਆਪ ਨੂੰ, ਤੇ ਜਿਹਦੀ ਵਜ੍ਹਾ ਨਾਲ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਆ। ਅੱਜ ਦੇ ਸੈਸ਼ਨ 'ਚ ਮੈਂ ਤੁਹਾਨੂੰ ਆਪਣਾ ਖੁਦ ਦਾ ਐਕਸਪੀਰੀਅੰਸ ਵੀ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਬਹੁਤ ਸਾਰੀਆਂ ਪ੍ਰੋਬਲਮਸ ਮੈਨੂੰ ਵੀ ਸੀਗੀਆਂ। ਠੀਕ ਹੈ, ਮੈਂ ਖੁਦ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਆਪਣੇ ਆਪ ਤੇ ਵਰਤਿਆ ਔਰ ਫਿਲਹਾਲ ਵੀ ਮੈਂ ਇਹ ਚੀਜ਼ਾਂ ਦੇ ਨਾਲ ਟੁੱਟੀ ਨਹੀਂ ਹੈਗੀ। ਰੈਗੂਲਰ ਮੈਂ ਇਹਨਾਂ ਚੀਜ਼ਾਂ ਨੂੰ ਸਾਡੀ ਫੈਮਲੀਜ਼ ਜਿਹੜੀਆਂ ਹੈਗੀਆਂ ਇਹਨਾਂ ਚੀਜ਼ਾਂ ਨੂੰ ਖਾਂਦੀਆਂ ਹੈਗੀਆਂ ਔਰ ਬਹੁਤ ਹੀ ਜ਼ਿਆਦਾ ਵਧੀਆ। ਇਹਨਾਂ ਵਿੱਚ ਕੀ ਆਉਂਦੇ ਹੈਗੇ, ਤੁਸੀਂ ਕਣਕ ਕਣਕ ਦੀ ਰੋਟੀ ਜਾਂ ਜਿਵੇਂ ਮੈਦੇ ਨਾਲ ਬਣੀਆਂ ਚੀਜ਼ਾਂ ਜਾਂ ਫਿਰ ਚਾਵਲ, ਇਹਨਾਂ ਦੀ ਜਗ੍ਹਾ ਤੇ ਰਿਪਲੇਸ ਕਰਨਾ ਹੈਗਾ ਮਿਲਟਸ ਨੂੰ। ਮਿਲਟਸ ਮੀਨਸ ਟੌਪ 5 ਮਿਲਟਸ, ਜਿਹੜੇ ਕਿ ਸ਼੍ਰੀ ਧਾਨਿਆ ਮਿਲਟਸ ਆਪਾਂ ਕਹਿੰਦੇ ਹੈਗੇ ਆ। ਜਿਵੇਂ ਡਾਕਟਰ ਆਜ਼ਾਦ ਜੀ, ਡਾਕਟਰ JS ਵਿਰਕ ਜੀ, ਇਹ ਹਮੇਸ਼ਾ ਆਪਣੇ ਵੈਬੀਨਾਰਸ ਔਰ ਸੈਮੀਨਾਰਸ ਦੇ ਵਿੱਚ ਦੱਸਦੇ ਹੈਗੇ ਆ ਕਿ ਜਿਹੜੇ 5 ਤਰੀਕੇ ਦੇ ਟੌਪ ਮਿਲਟਸ ਆ। ਦੇਖੋ, ਮਿਲਟਸ ਤਾਂ 12-13 ਤਰੀਕੇ ਦੇ ਆ ਅਕੋਰਡਿੰਗ ਟੂ ਡਾਕਟਰ ਆਜ਼ਾਦ ਜੀ, ਅਕੋਰਡਿੰਗ ਟੂ ਡਾਕਟਰ JS ਵਿਰਕ ਜੀ। 12-13 ਤਰ੍ਹਾਂ ਦੇ ਮਿਲਟਸ ਹੈਗੇ ਆ, ਜਿਨ੍ਹਾਂ ਦੇ ਵਿੱਚ ਜਵਾਰ, ਰਾਗੀ, ਹੋਰ ਵੀ ਬਹੁਤ ਸਾਰੀ ਇਦਾਂ ਦੀ ਚੀਜ਼ਾਂ ਆਉਂਦੀਆਂ ਹੈਗੀਆਂ। ਲੇਕਿਨ ਇਹ ਟੌਪ 5 ਮਿਲਟਸ ਆ, ਜਿਵੇਂ ਕਿ ਕੰਗਨੀ ਹੈਗੀ ਆ, ਸਵਾਂਕ ਆ, ਕੁਟਕੀ ਆ, ਕੋਦਰਾ ਆ ਔਰ ਹਰੀ ਕੰਗਨੀ ਆ। ਇਹ ਕਿਉਂ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ ਕਿ ਟੌਪ 5 ਆ? ਡਾਕਟਰ ਆਜ਼ਾਦ ਜੀ ਦੇ ਦੱਸਣ ਮੁਤਾਬਿਕ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਰੇਸ਼ਾ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਘੱਟੋ ਘੱਟ ਵੀ 10-12% ਜਿਹੜਾ ਰੇਸ਼ਾ ਹੁੰਦਾ, ਜਿਹੜੇ ਕਿ ਸਾਡੇ ਗਟ ਪ੍ਰੋਬਲਮਸ ਤੋਂ ਬਿਲਕੁਲ ਮਤਲਬ ਸਹੀ ਰੱਖਦਾ ਹੈਗਾ, ਕਿਉਂ ਰੱਖਦਾ, ਰਿਕਵਰ ਰੱਖਦਾ ਆ। ਇਹਦੇ ਵਿੱਚ ਕੀ ਹੈਗਾ ਕਿ ਜਿਹੜਾ ਰੇਸ਼ਾ ਆ, ਸਾਡੀ ਡਾਈਜੈਸ਼ਨ ਲਈ ਬਹੁਤ ਜ਼ਰੂਰੀ ਆ। ਔਰ ਜਿਹੜੇ ਹੈਗੀ ਆ ਕਣਕ ਜਾਂ ਚਾਵਲ ਜਾਂ ਮੈਦਾ, ਇਹਨਾਂ ਦੇ ਵਿੱਚ ਰੇਸ਼ਾ ਬਹੁਤ ਹੀ 0% ਹੈਗਾ ਆ, ਤੇ ਉਹਦੀ ਵਜ੍ਹਾ ਨਾਲ ਜਿਹੜੀ ਸਾਡੀ ਡਾਈਜੈਸ਼ਨ ਆ ਉਹ ਕਦੀ ਵੀ ਜਿਹੜੀ ਪ੍ਰੋਪਰ ਢੰਗ ਨਾਲ ਨਹੀਂ ਹੁੰਦੀ। ਸੋ ਇਸ ਕਰਕੇ ਉਹ ਸਾਡੀਆਂ ਜਿਹੜੀਆਂ ਜਿਵੇਂ ਕਿ ਵੱਡੀਆਂ ਆਂਤਾਂ ਜਾਂ ਛੋਟੀਆਂ ਆਂਤਾਂ, ਜਿਹਨਾਂ ਨੂੰ ਆਪਾਂ ਲਾਰਜ ਇੰਟੈਸਟਾਈਨ ਔਰ ਸਮਾਲ ਇੰਟੈਸਟਾਈਨਸ ਕਹਿੰਦੇ ਆ, ਉਹਦੇ ਵਿੱਚ ਜਾ ਕੇ ਉਹ ਚਿਪਕ ਜਾਂਦੀਆਂ, ਜਿਹਦੇ ਕਰਕੇ ਜਿਹੜੀਆਂ ਸਾਨੂੰ ਢੇਰ ਸਾਰੀਆਂ ਇਨਫੈਕਸ਼ਨ ਪ੍ਰੋਬਲਮਸ ਹੋ ਜਾਂਦੀਆਂ ਔਰ ਉਹਦੀਆਂ ਢੇਰ ਸਾਰੀਆਂ ਦਵਾਈਆਂ ਅਸੀਂ ਖਾਣੀ ਸ਼ੁਰੂ ਕਰ ਦਿੰਦੇ ਹਾਂ। ਤੇ ਇਹਦੇ ਵਿੱਚ ਇਹ ਹੈਗਾ ਆ ਕਿ ਨੈਚੁਰੋਪੈਥੀ ਦਾ ਮੈਂ ਤੁਹਾਨੂੰ ਢੰਗ ਬਹੁਤ ਚੰਗੇ ਤਰੀਕੇ ਨਾਲ ਸਮਝਾ ਦਿੱਤਾ, ਆਲਰੇਡੀ ਤੁਸੀਂ ਸਾਰੇ ਅਵੇਅਰ ਹੋ। ਔਰ ਸਾਡਾ ਜਿਹੜਾ ਤੁਹਾਡੇ ਨਾਲ ਰੂਬਰੂ ਹੋਣ ਦਾ ਮਕਸਦ ਸਿਰਫ ਇਹੀ ਰਹਿੰਦਾ ਹੈਗਾ ਆ ਕਿ ਤੁਸੀਂ ਜੁਆਇਨ ਕਰਦੇ ਹੋ ਤਾਂ ਵੈਲ ਐਂਡ ਗੁੱਡ, ਅਗਰ ਨਹੀਂ ਜੁਆਇਨ ਕਰਦੇ ਆ ਤਾਂ ਇਹਦੀ ਰਿਕਾਰਡਿੰਗਸ ਜਿਹੜੀਆਂ ਜ਼ਰੂਰ ਸੁਣੋ ਔਰ ਵੱਧ ਤੋਂ ਵੱਧ ਜਿਹੜਾ ਇਹਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਜਿਹੜੇ ਇਹਨਾਂ ਚੀਜ਼ਾਂ ਨੂੰ ਸਟਾਰਟ ਕਰਨਾ ਚਾਹੁੰਦੇ ਆ ਜਾਂ ਫਿਰ ਇਹਨਾਂ ਦੇ ਵੱਲ ਆਪਣੀ ਕਹਿ ਲਓ ਪ੍ਰੋਬਲਮਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ, ਤੇ ਉਹ ਇਹਨਾਂ ਚੀਜ਼ਾਂ ਨਾਲ ਜੁੜਨ।
ਕਿਉਂਕਿ ਬਹੁਤ ਸਾਰੇ ਰਿਵਿਊਜ਼ ਜਿਹੜੇ ਆਪਾਂ ਆਲਰੇਡੀ YouTube ਤੇ ਵੀ ਪਾਉਂਦੇ ਰਹਿੰਦੇ ਆ ਤਾਂ ਕਿ ਤੁਹਾਨੂੰ ਇਨਸਪੀਰੇਸ਼ਨ ਮਿਲੇ। ਇੱਕ ਜਿਹੜਾ ਇਨਸਾਨ ਆ ਉਹਨੂੰ ਇਨਸਪੀਰੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅਗਰ ਇਨਸਪੀਰੇਸ਼ਨ ਉਹਦੇ ਸਾਹਮਣੇ ਨਹੀਂ ਹੈਗੀ ਤਾਂ ਜਿਹੜੀ ਉਹਦੀ ਲਾਈਫ ਆ ਜਾਂ ਕਹਿ ਲਓ ਦੀ ਜ਼ਿੰਦਗੀ ਆ ਉਹ ਪ੍ਰੋਪਰ ਜਿਹੜਾ ਸਰਵਾਈਵ ਨਹੀਂ ਕਰ ਸਕਦਾ। ਕੋਈ ਇਨਸਪੀਰੇਸ਼ਨ ਨਹੀਂ ਆ, ਕੋਈ ਗੋਲ ਨਹੀਂ ਆ ਤਾਂ ਤੁਸੀਂ ਜਿਹੜਾ ਲਾਈਫ ਨੂੰ ਸਰਵਾਈਵ ਨਹੀਂ ਕਰ ਸਕਦੇ। ਇਸ ਕਰਕੇ ਆਪਣੀ ਜਿਹੜੀ ਇਨਸਪੀਰੇਸ਼ਨ ਆ ਉਹ ਜ਼ਰੂਰ ਰੱਖੋ, ਇੰਸਪਾਇਰ ਹੋਵੋ। ਆਪਾਂ ਇਸੀ ਮੋਟਿਵ ਦੇ ਨਾਲ ਵੱਧ ਤੋਂ ਵੱਧ ਜਿਹੜਾ ਹੈਗਾ ਆ ਸ਼ੇਅਰ ਕਰੀਦੇ ਆ ਰਿਵਿਊਜ਼ ਲੋਕਾਂ ਨਾਲ ਜਿਨ੍ਹਾਂ ਨੇ ਬਹੁਤ ਹੀ ਵਿਸ਼ਵਾਸ ਕਰਕੇ ਇਸ ਚੀਜ਼ ਨੂੰ ਅਪਣਾਇਆ ਤੇ ਆਪਣੀਆਂ ਪ੍ਰੋਬਲਮਸ ਤੋਂ ਕਿਉਰ ਹੋਏ। ਔਰ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਖੁਦ ਆ ਤੇ ਮੈਨੂੰ ਇਸ ਚੀਜ਼ ਦੇ ਵਿੱਚ ਘੱਟੋ ਘੱਟ ਵੀ 3 ਸਾਲ ਹੋ ਚੁੱਕੇ ਆ। ਤੇ ਇਸ ਤੋਂ ਪਹਿਲਾਂ ਮੈਨੂੰ ਬਹੁਤ ਸਾਰੀਆਂ ਪ੍ਰੋਬਲਮ ਸੀਗੀਆਂ। ਮੈਂ ਓਬੇਸਿਟੀ ਦੀ ਸ਼ਿਕਾਰ ਸੀ, ਬੀਪੀ, ਬਲੱਡ ਪ੍ਰੈਸ਼ਰ, ਸਰਵਾਈਕਲ, ਮਾਈਗ੍ਰੇਨ, ਈਵਨ ਦੈਨ ਆਈ ਡਿਸਆਰਡਰ। ਫਿਰ ਮੈਨੂੰ ਬਹੁਤ ਸਾਰੀਆਂ ਇਦਾਂ ਦੀਆਂ ਦਿੱਕਤਾਂ ਸੀ ਜਿਵੇਂ ਯੂਰਿਕ ਐਸਿਡ, ਹਾਰਮੋਨਲ ਇੰਬੈਲੈਂਸ, ਸਿਸਟ, ਠੀਕ ਹੈ, ਔਰ ਜੁਆਇੰਟ ਪੇਨ, ਈਵਨ ਦੈਨ ਕਿ ਟੋਟਲੀ ਤੁਸੀਂ ਕਹਿ ਲਓ ਕਿ ਸਿਰ ਤੋਂ ਲੈ ਕੇ ਪੈਰ ਤੱਕ ਦੀ ਹਰ ਬਿਮਾਰੀ ਮੇਰੇ ਜਿਹੜੀ ਮੈਨੂੰ ਸੀਗੀ। ਲੇਕਿਨ ਮੈਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਰਿਪਲੇਸ ਕੀਤੀਆਂ। ਇੱਕ ਬਹੁਤ ਹੀ ਨਾਰਮਲ ਔਰ ਸਿੰਪਲ ਮੈਂ ਤੁਹਾਡੇ ਨਾਲ ਗੱਲ ਸਿਰਫ ਇਹ ਸ਼ੇਅਰ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਆਪਾਂ ਘਰਾਂ ਦੇ ਵਿੱਚ ਕੀ ਕਰੀਦਾ ਕਿ ਜਦੋਂ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਹੈਗੀ ਆ ਆਪਾਂ ਚੈੱਕਅਪਸ ਕਰਵਾਈਦੇ ਆ। ਕੋਈ ਸਾਨੂੰ ਇਹ ਕਹਿ ਦਿੰਦਾ ਕਿ ਤੁਹਾਨੂੰ ਪੇਟ ਦੀ ਪ੍ਰੋਬਲਮ ਆ, ਕੋਈ ਕਹਿੰਦਾ ਪੱਥਰੀ ਹੋ ਗਈ ਹੈ, ਕੋਈ ਕਹਿੰਦਾ ਮਾਈਗ੍ਰੇਨ ਆ, ਕੋਈ ਕਹਿੰਦਾ ਸਰਵਾਈਕਲ ਆ, ਤੇ ਆਪਾਂ ਉਹਨਾਂ ਦੀਆਂ ਦਵਾਈਆਂ ਖਾ ਖਾ ਕੇ ਜਿਹੜੇ ਆਪਣਾ ਜਿਹੜਾ ਮੇਨਟੇਨੈਂਸ ਆਫ ਬਾਡੀ ਹੈਗੀ ਆ ਜਾਂ ਜਿਹਨੂੰ ਆਪਾਂ ਇਹ ਕਹਿੰਦੇ ਆ ਕਿ ਆਪਣੇ ਬਾਡੀ ਦਾ ਬਲੱਡ ਸਰਕੂਲੇਸ਼ਨ ਆ ਉਹ ਇੰਨਾ ਡਿਸਟਰਬ ਕਰ ਦਿੰਦੇ ਆ ਕਿ ਸਾਡੇ ਸ਼ੂਗਰ ਲੈਵਲ, ਸਾਡਾ ਬਲੱਡ ਪ੍ਰੈਸ਼ਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਬਿਲਕੁਲ ਹੀ ਇੰਬੈਲੈਂਸ ਹੋ ਜਾਂਦੀਆਂ ਆ। ਜਿਹਦੀ ਵਜ੍ਹਾ ਨਾਲ ਕੀ ਹੁੰਦਾ ਆ ਕਿ ਬਹੁਤ ਸਾਰੀਆਂ ਦਿੱਕਤਾਂ ਸਾਨੂੰ ਆ ਜਾਂਦੀਆਂ। ਫਿਰ ਜਿੱਥੇ ਇੱਕ ਦਵਾਈ ਸ਼ੁਰੂ ਕੀਤੀ ਸੀਗੀ ਉੱਥੇ ਅਸੀਂ 10-12 ਦਵਾਈਆਂ ਹੋਰ ਨਾਲ ਸ਼ੁਰੂ ਕਰ ਦਿੰਦੇ, ਕੋਈ ਪੇਟ ਦੀ, ਕੋਈ ਸਿਰ ਦੀ, ਕੋਈ ਅੱਖਾਂ ਦੀ, ਕੋਈ ਦਰਦਾਂ ਦੀ, ਠੀਕ ਹੈ। ਸੋ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਕੁਝ ਹਰਬਸ ਤੇ ਸਟੱਡੀ ਕੀਤੀ। ਮੈਂ ਮਿਲਟਸ ਸ਼ੁਰੂ ਕੀਤੇ ਡਾਕਟਰ ਆਜ਼ਾਦ ਜੀ ਦੇ ਨਾਲ, ਡਾਕਟਰ JS ਵਿਰਕ ਜੀ ਨਾਲ ਅੰਡਰ ਟ੍ਰੇਨਿੰਗ ਚ ਰਹੀ। ਪ੍ਰੋਪਰ ਮੈਂ ਇਹਨਾਂ ਚੀਜ਼ਾਂ ਨੂੰ ਸਟੱਡੀ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਆਪਣੇ ਮਿਲਟਸ ਆਇਲ ਚੇਂਜ ਕੀਤੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਿਓਰ ਔਰ ਨੈਚੁਰਲ ਉਹਨਾਂ ਦੀ ਪਹਿਚਾਣ ਸ਼ੁਰੂ ਕੀਤੀ। ਉਸ ਤੋਂ ਬਾਅਦ ਜਿਹੜਾ ਆ ਅੱਜ ਸਾਨੂੰ 3 ਸਾਲ ਹੋ ਗਿਆ ਇਹਨਾਂ ਚੀਜ਼ਾਂ ਨੂੰ ਰੈਗੂਲਰ ਖਾਂਦੇ ਹੋਏ ਔਰ ਹੁਣ ਤੱਕ ਦੇ ਆਪਾਂ ਮੇਰੀ ਪ੍ਰੈਕਟਿਸ ਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਏਦਾਂ ਦੇ ਆ ਜਿਨ੍ਹਾਂ ਨੂੰ ਡਾਇਲਿਸਿਸ ਤੱਕ ਦੀ ਪ੍ਰੋਬਲਮ ਸੀਗੀ ਤੇ ਉਹ ਕਿਉਰ ਕਰ ਚੁੱਕੇ ਆ। ਮੇਰਾ ਖੁਦ ਦਾ weight ਜਿਹੜਾ ਸੀਗਾ 70 kg ਸੀਗਾ, ਲੇਕਿਨ ਰਾਈਟ ਨਾਓ ਮੇਰੀ ਹਾਈਟ ਦੇ ਹਿਸਾਬ ਨਾਲ ਜਿੰਨਾ weight ਹੋਣਾ ਚਾਹੀਦਾ ਆ ਆਈ ਮੇਨਟੇਨ ਮਾਈ ਸੈਲਫ। ਤੇ ਮੈਂ ਖੁਦ ਇਸ ਆਪਣੇ ਆਪ ਤੋਂ ਇੰਸਪਾਇਰ ਆ ਕਿ ਹਾਂ ਅਗਰ ਇਹ ਚੀਜ਼ ਇੱਕ ਨਾਰਮਲ ਏਜ ਦਾ ਇਨਸਾਨ ਕਰ ਸਕਦਾ ਆ ਤੇ ਸਾਡੇ ਤੋਂ ਛੋਟੇ ਜਾਂ ਸਾਡੇ ਤੋਂ ਜਿਹੜੇ ਵੱਡੇ ਹੈਗੇ ਆ, ਬਜ਼ੁਰਗ ਹੈਗੇ ਆ, ਉਹ ਵੀ ਇਸ ਚੀਜ਼ ਨੂੰ ਬਹੁਤ ਈਜ਼ੀਲੀ ਕਰ ਸਕਦੇ ਆ। ਔਰ ਜਿਨ੍ਹਾਂ ਦੀ ਉਮਰ 70 ਤੋਂ 75 ਸਾਲ ਦੀ ਵੀ ਹੈਗੀ ਆ ਉਹਨਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਰਿਕਵਰ ਕੀਤਾ ਆ। ਕਰਨਾ ਕੀ ਆ, ਜਸਟ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਆ ਤੁਸੀਂ, ਜਿਨ੍ਹਾਂ ਦੇ ਵਿੱਚ ਤੁਸੀਂ ਰਿਫਾਈਨਡ ਆਇਲਸ ਖਾਂਦੇ ਹੋ, ਰਿਫਾਈਨਡ ਘਿਓ ਖਾਂਦੇ ਹੋ ਜਿਵੇਂ ਕਿ ਆ ਡਾਲਡਾ ਵਗੈਰਾ ਆ ਜਾਂਦਾ ਆ, ਫਿਰ ਤੁਸੀਂ ਚੀਨੀ ਖਾਂਦੇ ਹੋ, ਰਿਫਾਈਨਡ ਸ਼ੂਗਰਸ ਖਾਂਦੇ ਹੋ, ਜਿਵੇਂ ਦੇਸੀ ਖੰਡ ਵੀ ਇਜ਼ ਨਾਟ ਸੋ ਗੁੱਡ, ਬਰਾਊਨ ਸ਼ੂਗਰ ਖਾਂਦੇ ਹੋ, ਕੌਫੀ ਪੀਂਦੇ ਹੋ, ਕੈਫੀਨ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਹੋ। ਫਿਰ ਤੁਸੀਂ ਸਵੇਰੇ ਉੱਠਦੇ ਹੀ ਇੱਕ ਆਪਾਂ ਆਲਰੇਡੀ ਰਾਤ ਨੂੰ ਫਾਸਟਿੰਗ ਤੇ ਹੈਗੇ ਆ, ਸਵੇਰੇ ਉੱਠਦੇ ਸਾਰ ਹੀ ਆਪਾਂ ਇੱਕ ਚਾਹ ਦਾ ਕੱਪ ਪੀ ਲੈਂਦੇ ਆ ਤੇ ਸਾਡੀ ਬਾਡੀ ਦਾ ਪੂਰਾ ਆਪਾਂ ਸਤਿਆਨਾਸ਼ ਕਰ ਲੈਂਦੇ ਹਾਂ। ਕਿੱਦਾਂ ਕਰਦੇ ਹੈਗੇ ਆ, ਕਿਉਂਕਿ ਬਾਡੀ ਆਲਰੇਡੀ ਤੁਹਾਡੀ ਇੱਕਦਮ ਟੌਕਸਿਨ ਫ੍ਰੀ ਆ, ਕਿਉਂਕਿ ਤੁਸੀਂ ਉਹਨੂੰ ਪੂਰਾ ਰਾਤ ਜਿਹੜੀ ਹੈਗੀ ਆ ਉਹਨੂੰ ਫਾਸਟਿੰਗ ਤੇ ਰੱਖਿਆ, ਕੁਝ ਆਪਾਂ ਖਾਦਾ ਨਹੀਂ ਪੀਤਾ ਨਹੀਂ, ਜਸਟ ਆਪਾਂ ਸੁੱਤੇ ਸੀਗੇ। ਜਦੋਂ ਆਪਾਂ ਮਾਰਨਿੰਗ ਉੱਠਦੇ ਆ, ਉੱਠਦੇ ਸਾਰੀ ਜ਼ਹਿਰ ਪੀ ਲੈਂਦੇ ਆ। ਜ਼ਹਿਰ ਇਨ ਦਾ ਸੈਂਸ ਕਿ ਇੱਕ ਐਸਿਡ ਨਾ ਭਰੀ, ਟੌਕਸਿਨਸ ਨਾ ਭਰੀ ਚਾਹ, ਜਿਹਦੇ ਵਿੱਚ ਚਾਹ ਪੱਤੀ, ਦੁੱਧ ਸਭ ਕੁਝ ਮਿਕਸ ਕਰਕੇ ਇੱਕ ਖੁਦ ਜ਼ਹਿਰ ਦਾ ਪਿਆਲਾ ਰੈਡੀ ਕਰਦੇ ਆ ਪੀਣ ਵਾਸਤੇ। ਤਾਂ ਫਿਰ ਉਹਨੂੰ ਪੀਂਦੇ ਔਰ ਫਿਰ ਕਹਿੰਦੇ ਕਿ ਸਾਨੂੰ ਕੋਈ ਪ੍ਰੋਬਲਮ ਵੀ ਨਾ ਹੋਵੇ। ਆਪਾਂ ਤਾਂ ਜਸਟ ਇੱਕ ਕੱਪ ਚਾਹ ਸਵੇਰੇ ਪੀਦੀ ਆ, ਇੱਕ ਸ਼ਾਮੀ ਪੀਦੀ ਆ। ਦੈਟ ਇਜ਼ ਨਾਟ ਵੈਰੀ ਗੁੱਡ, ਸੋ ਗੁੱਡ, ਜੋ ਮਰਜ਼ੀ ਕਹਿ ਲਓ ਕਿ ਇਹ ਗੁੱਡ ਤਾਂ ਹੈ ਨਹੀਂ, ਨਾ ਹੀ ਬੈਸਟ ਆ, ਠੀਕ ਹੈ। ਆਪਣੇ ਆਪ ਨੂੰ ਠੀਕ ਕਰਨ ਲਈ ਦੇਖੋ ਤੁਹਾਡੇ
ਸਿਰਫ ਸਵਾਦ ਨੂੰ ਪਤਾ ਕਿ ਤੁਸੀਂ ਚਾਹ ਪੀਣੀ ਆ, ਤੁਹਾਡੀ ਬੋਡੀ ਨੂੰ ਨਹੀਂ ਪਤਾ ਕਿ ਤੁਸੀਂ ਉਸ ਸਵਾਦ ਨਾਲ ਜਿਹੜੀ ਚਾਹ ਪੀਤੀ ਆ ਉਹਦਾ ਕੀ ਨੁਕਸਾਨ ਆ ਜਾਂ ਕੀ ਫਾਇਦਾ ਆ। ਉਹ ਤਾਂ ਸਿਰਫ ਤੁਹਾਨੂੰ ਹੀ ਪਤਾ ਹੋ ਸਕਦਾ ਆ। ਆਪਣੀ ਬੋਡੀ ਨੂੰ ਕਿਵੇਂ ਤੁਸੀਂ ਬਚਾਉਣਾ, ਬੋਡੀ ਤੁਹਾਨੂੰ ਇੰਡੀਕੇਟ ਕਰ ਸਕਦੀ ਆ, ਉਹ ਐਸਿਡ ਬਣਾ ਕੇ ਦੱਸ ਸਕਦੀ ਆ ਕਿ ਹਾਂ ਇਹ ਚਾਹ ਤੈਨੂੰ ਸੂਟ ਨਹੀਂ ਕਰ ਰਹੀ ਆ, ਕਫੀਨ ਇਜ਼ ਨਾਟ ਗੁੱਡ ਫॉर ਅਸ। ਬੋਡੀ ਦੇ ਆਰਗਨਸ ਤੁਹਾਨੂੰ ਦੱਸ ਸਕਦੇ ਆ, ਬਟ ਅਸੀਂ ਉਹਨਾਂ ਨੂੰ ਕੀ ਕਰਦੇ ਆ, ਆਪਣੇ ਸਵਾਦ ਦੇ ਮੋਹਰੇ ਫੇਲ ਕਰ ਦਿੰਦੇ ਆ ਕਿ ਨਹੀਂ ਅਸੀਂ ਤਾਂ ਇਹ ਪੀਣੀ ਆ। ਸਾਨੂੰ ਬਹੁਤ ਸਾਰੇ ਜਾਣਿਆਂ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਆ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਟਸ ਨਾਟ ਗੁੱਡ ਫॉर ਅਸ, ਬਟ ਫੇਰ ਵੀ ਕੀ ਹੈਗਾ ਆ ਕਿ ਇੱਕ ਆਦਤ ਬਣੀ ਹੋਈ ਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਉਹਦੇ ਵਿੱਚ ਆਪਾਂ 2-3 ਕੱਪ ਚਾਹ ਜਿਹੜੀ ਪੀਣੀ ਆ ਉਹ ਅਸੀਂ ਛੱਡ ਨਹੀਂ ਸਕਦੇ। ਇਹ ਬਹੁਤ ਹੀ ਨਾਰਮਲ ਔਰ ਜੈਨੂਅਨ ਜਿਹਾ ਮੈਂ ਤੁਹਾਡੇ ਨਾਲ ਟਾਕ ਕਰ ਰਹੀ ਹਾਂ, ਸੋ ਦੈਟ ਜਿਹੜੇ ਤੁਹਾਨੂੰ ਬਹੁਤ ਹੀ ਸਿੰਪਲ ਭਾਸ਼ਾ 'ਚ ਸਮਝ ਆ ਜਾਵੇ, ਜਿਵੇਂ ਕਿ ਆਪਾਂ ਬਹੁਤ ਹੀ ਸਿੰਪਲ ਗੱਲਾਂ ਕਰ ਰਹੇ ਹਾਂ, ਕੋਈ ਇਹਦੇ ਵਿੱਚ ਏਦਾਂ ਨਹੀਂ ਹੈਗਾ। ਐਜ਼ ਅ ਡਾਈਟੀਸ਼ੀਅਨ ਮੈਂ ਤੁਹਾਨੂੰ ਬਹੁਤ ਹੀ ਸਿੰਪਲ ਵੇ 'ਚ ਸਮਝਾ ਰਹੀ ਹੈਗੀ ਆ ਕਿ ਚਾਹ ਜਿਹੜੀ ਹੈਗੀ ਆ ਉਹ ਤੁਹਾਡੇ ਲਈ ਸਭ ਤੋਂ ਵੱਡਾ ਜਿਹੜੀ ਖਤਰੇ ਦੀ ਘੰਟੀ ਉਹ ਚਾਹ ਹੀ ਹੈਗੀ ਆ, ਜਿਹਨੂੰ ਸਵੇਰੇ ਹੀ ਉੱਠ ਕੇ ਆਪਾਂ ਪੀ ਲੈਂਦੇ ਆ। ਉਹਦੀ ਜਗ੍ਹਾ ਤੇ ਤੁਸੀਂ ਰਿਪਲੇਸ ਕਰੋ ਜਿਹਨੂੰ ਕੁਛ ਨਹੀਂ ਹੈਗਾ, ਓਨਲੀ ਕਈਆਂ ਨੂੰ ਐਸਿਡ ਬਣਦਾ ਹੈਗਾ ਜਾਂ ਪ੍ਰੋਬਲਮਸ ਰਹਿੰਦੀਆਂ, ਕਾੜਾ ਪੀਓ। ਠੀਕ ਹੈ, ਕਾੜਾ ਡਿਕੋਕਸ਼ਨਸ ਕਹਿ ਦਿੰਦੇ, ਕਾਵਾ ਕਹਿ ਦਿੰਦੇ ਆ, ਕਸ਼ਾਏ ਕਹਿ ਦਿੰਦੇ ਆ, ਜਿਹੜੀ ਵੀ ਲੈਂਗੁਏਜ ਤੁਹਾਨੂੰ ਸਮਝ ਆਉਂਦਾ ਉਹ ਚੀਜ਼ਾਂ ਨੂੰ ਜਿਹੜਾ ਆ ਰੈਗੂਲਰਾਈਜ਼ ਕਰਨਾ ਸ਼ੁਰੂ ਕਰੋ। ਉਹਦੇ ਵਿੱਚ ਤੁਸੀਂ ਬਹੁਤ ਹੀ ਸਿੰਪਲ ਤੁਲਸੀ, ਇਲਾਇਚੀ, ਸੌਂਫ ਇਹਨਾਂ ਚੀਜ਼ਾਂ ਦਾ ਜਿਹੜਾ ਬੋਇਲ ਕਰਕੇ ਪਾਣੀ ਉਹ ਪੀ ਸਕਦੇ ਆ। ਅਦਰਵਾਈਜ਼ ਰਾਤ ਨੂੰ ਇੱਕ ਕੱਚ ਦੇ ਗਿਲਾਸ 'ਚ 1 ਚਮਚ ਸੌਂਫ ਭੇ ਕੇ ਸਵੇਰੇ ਤੁਸੀਂ ਉਹ ਲੈ ਸਕਦੇ ਹੋ, ਜਵੈਣ ਲੈ ਸਕਦੇ ਹੋ। ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈਗੀ ਉਹ ਹਨੀ ਐਡ ਕਰ ਸਕਦੇ ਆ ਇਨ ਆਫਟਰ ਦਾ ਪ੍ਰੋਸੈਸ। ਜਦੋਂ ਕਾੜਾ ਜਿਹੜਾ ਬਣ ਕੇ ਰੈਡੀ ਹੋ ਜਾਂਦਾ 1 ਚਮਚ ਤੁਸੀਂ ਹਨੀ ਦਾ ਇਸਤੇਮਾਲ ਕਰ ਸਕਦੇ ਹੋ, ਲੇਕਿਨ ਉਹ ਵੀ ਬਹੁਤ ਹੀ ਜ਼ਿਆਦਾ ਪਿਓਰ ਔਰ ਨੈਚੁਰਲ। ਇਹ ਨਹੀਂ ਕਿ ਜਿਹੜਾ ਮਾਰਕੀਟ ਦੇ ਵਿੱਚ ਹਨੀ ਮਿਲ ਰਿਹਾ ਆ ਉਹ ਤਾਂ ਮਤਲਬ ਟੋਟਲੀ ਉਹ ਵੀ ਸ਼ੂਗਰ ਹੀ ਆ ਜਿਹੜੀ ਵੀ ਆਪਾਂ ਨਹੀਂ ਲੈਣੀ ਹੈਗੀ। ਇਸ ਕਰਕੇ ਇਹਨਾਂ ਚੀਜ਼ਾਂ ਦੀ ਪਹਿਚਾਣ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਦੂਸਰੇ ਨੰਬਰ ਤੇ ਆ ਜਾਂਦਾ ਹੈ ਰਿਫਾਈਨਡ ਆਇਲਸ ਔਰ ਘਿਓ ਦੀ ਗੱਲ ਕੀਤੀ ਹੈਗੀ ਆ ਮੈਂ। ਜਿਹੜੇ ਆਪਾਂ ਬ੍ਰੇਕਫਾਸਟ ਦੇ ਵਿੱਚ ਪਰੌਂਠੀਆਂ ਜਾਂ ਕੋਈ ਵੀ ਸਬਜ਼ੀ, ਦਾਲ, ਜਿਹੜੇ ਕਿ ਆਪਾਂ ਇਹਨਾਂ ਦੇ ਡਾਲਡੇ ਜਾਂ ਸਰੋਂ ਦਾ ਤੇਲ ਯੂਜ਼ ਕਰੀ ਜਾ ਰਹੇ ਆ, ਜਾਂ ਫਿਰ ਰਿਫਾਈਨਡ ਆਇਲਸ, ਓਲੀਵਸ ਆਇਲ, ਇਹ ਸਭ ਚੀਜ਼ਾਂ ਯੂਜ਼ ਇਹ ਸਭ ਚੀਜ਼ਾਂ ਜਿਹੜੀਆਂ ਆ ਸਾਡੀ ਜਿਹੜੇ ਗਟ ਸਿਸਟਮ ਦੀ ਆ ਉਹ ਹੈਲਦੀ ਨਹੀਂ ਹੈਗੀਆਂ। ਸੋ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਕਿ ਇਹਨਾਂ ਦੀ ਜਗ੍ਹਾ ਤੇ ਤੁਸੀਂ ਵਰਤ ਸਕਦੇ ਹੋ ਕੋਕੋਨਟ ਆਇਲ ਵਰਤੋ, ਸੈਜ਼ਮੇ ਆਇਲ ਵਰਤੋ, ਪੀਨਟ ਆਇਲ ਵਰਤੋ, ਮਸਟਰਡ ਆਇਲ ਵਰਤੋ, ਬਟ ਉਹਨੂੰ ਆਪਣੇ ਇੱਕ ਹਫਤੇ 'ਚ 2 ਤੋਂ 3 ਦਿਨ ਕਾਫੀ ਆ ਤੁਹਾਡੇ ਲਈ ਅਕੋਰਡਿੰਗ ਟੂ ਐਕਸਪਰਟਸ। ਜਿਹੜਾ ਸਾਡਾ ਮਸਟਰਡ ਆਇਲ ਜਾਂ ਸਰੋਂ ਦਾ ਤੇਲ ਆਪਾਂ ਕਹਿ ਦਿੰਦੇ ਆ, ਹੁਣ ਤੁਸੀਂ ਇਹ ਵੀ ਕਹੋਗੇ ਕਿ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀਗੇ ਜਾਂ ਪਹਿਲੇ ਟਾਈਮ ਦੇ ਵਿੱਚ ਕੋਈ ਉਹਨਾਂ ਨੂੰ ਇਦਾਂ ਦੀ ਦਿੱਕਤ ਨਹੀਂ ਸੀ, ਉਹ ਵੀ ਤਾਂ ਇਹੀ ਚੀਜ਼ਾਂ ਖਾਂਦੇ ਸੀ, ਸਰੋਂ ਹੀ ਖਾਂਦੇ ਸੀ, ਜਾਂ ਤੁਸੀਂ ਇਸ ਚੀਜ਼ ਨੂੰ ਬੜੀ ਚਾਵਾਂ ਵੀ ਪੀ ਲੈਂਦੇ ਸੀਗੇ। ਠੀਕ ਹੈ, ਚਾਹ ਵੀ ਪੀਂਦੇ ਸੀ, ਦੁੱਧ ਦੇ ਗਲਾਸ ਭਰ ਪੀਂਦੇ ਸੀ, ਬਟ ਹੁਣ ਕੀ ਏਦਾਂ ਦੀ ਪ੍ਰੋਬਲਮ ਆ ਗਈ ਆ ਕਿ ਹੁਣ ਤੁਸੀਂ ਇਹ ਚੀਜ਼ਾਂ ਨੂੰ ਮਨਾ ਕਰ ਰਹੇ ਹੋ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਇਹਦੇ ਵਿੱਚ ਪਤਾ ਹੀ ਹੈਗੀ ਆ ਕਿ ਅੱਜ ਕੱਲ ਮਿਲਾਵਟ ਉਹ ਬਹੁਤ ਜ਼ਿਆਦਾ ਜਿਹੜੀ ਹੋ ਚੁੱਕੀ ਆ, ਔਰ ਸਾਨੂੰ ਜਿਹੜੀ ਕੋਈ ਪਿਓਰ ਚੀਜ਼ ਮਿਲ ਨਹੀਂ ਰਹੀ, ਔਰ ਬਹੁਤ ਹੀ ਜ਼ਿਆਦਾ ਲੱਭਣ ਤੋਂ ਬਾਅਦ ਅਗਰ ਪਿਓਰ ਚੀਜ਼ ਸਾਡੇ ਕੋਲ ਆ ਵੀ ਰਹੀ ਆ ਤੇ ਸਾਨੂੰ ਏਦਾਂ ਲੱਗਦਾ ਹੈ ਕਿ ਪਤਾ ਨਹੀਂ ਇਹ ਪਿਓਰ ਆ, ਕਿਉਂਕਿ ਪਹਿਚਾਨ ਹੀ ਹੈ ਨਹੀਂ, ਸਭ ਤੋਂ ਪਹਿਲੀ ਗੱਲ। ਦੂਸਰਾ, ਉਹਨਾਂ ਨੂੰ ਇਹ ਚੀਜ਼ਾਂ ਡਾਈਜੈਸਟ ਕਿਉਂ ਹੋ ਜਾਂਦੀਆਂ ਸੀ, ਕਿਉਂਕਿ ਉਸ ਟਾਈਮ ਤੇ ਜਿਹੜਾ ਮਸ਼ੀਨ ਵਰਕ ਬਹੁਤ ਘੱਟ ਸੀਗਾ, ਲੋਕੀ ਜਿਹੜੇ ਸੀਗੇ ਆਪਣੇ ਹੱਥੀ ਕੰਮ ਕਰਨਾ ਪਸੰਦ ਕਰਦੇ ਸੀਗੇ। ਠੀਕ ਹੈ, ਜੋ ਵੀ ਸੀਗਾ ਪੈਰਾਂ ਭਾਰ ਬਹਿਣਾ ਜਾਂ ਨੀਚੇ ਬਹਿ ਕੇ ਪ੍ਰੋਪਰ ਹਰ ਸਫਾਈ ਕਰਨੀ ਜਾਂ ਕੁਛ ਵੀ ਬਣਾਉਣਾ, ਜਾਂ ਜੈਂਟਸ ਦਾ ਅਕੋਰਡਿੰਗਲੀ ਉਹਨਾਂ ਦਾ ਜਿਹੜਾ ਹੱਥੀ ਕੰਮ ਜ਼ਿਆਦਾ ਸੀਗਾ। ਲੇਕਿਨ ਅੱਜ ਦੇ ਟਾਈਮ 'ਚ ਕੀ ਹੈਗਾ, ਹਰ ਚੀਜ਼ ਮਸ਼ੀਨ ਤੇ ਆ ਗਈ ਆ। ਤੁਸੀਂ ਕੋਈ ਪੈਕਿੰਗ ਕਰਨੀ ਆ ਮਸ਼ੀਨ ਤੇ, ਤੁਸੀਂ ਕੋਈ ਖਾਣਾ ਪਕਾ ਰਹੇ ਆ, ਸ਼ੈਲਫਸ ਲੱਗੀਆਂ ਹੋਈਆਂ ਉੱਪਰ, ਗੈਸ ਸਿਸਟਮ ਆਟੋਮੈਟਿਕ ਹੈਗੇ ਆ, ਤੁਸੀਂ ਉਹਨਾਂ ਨੂੰ ਬਣਾ ਰਹੇ ਹੋ। ਠੀਕ ਹੈ, ਉਹਦੇ ਵਿੱਚ ਜਿਹੜੀ ਐਕਸਰਸਾਈਜ਼ ਆ ਉਹ ਖਤਮ ਹੋ ਗਈ। ਐਕਸਰਸਾਈਜ਼ ਕੀ ਸੀ, ਅੱਗੇ ਸੀ ਕਿ ਪੈਰਾਂ ਭਾਰ ਬਹਿ ਕੇ ਸਫਾਈ ਕਰਨੀ, ਉਹਦੇ ਨਾਲ ਜਿਹੜੀ ਤੁਹਾਡੀਆਂ ਲੈਗਸ ਸੀਗੀਆਂ ਉਹ ਸਟ੍ਰੈਚ ਹੁੰਦੀਆਂ ਸੀਗੀਆਂ ਪ੍ਰੋਪਰ। ਜਿਹੜਾ ਆ ਪੈਰਾਂ ਭਾਰ ਬਹਿਣਾ ਇਜ਼ ਵੈਰੀ ਗੁੱਡ ਫॉर ਯਰ ਹੈਲਥ। ਜਿੰਨੀ ਦੇਰ ਤੁਸੀਂ ਪੈਰਾਂ ਭਾਰ ਮਤਲਬ ਬਹਿੰਦੇ ਹੈਗੇ ਹੋ ਜਾਂ ਬਹਿ ਸਕਦੇ ਆ, ਇਟ ਮੀਨਸ ਯੂ ਆਰ ਹੈਲਦੀ, ਤੇ ਬਹੁਤ ਸਾਰੀਆਂ ਦਿੱਕਤਾਂ ਤੋਂ ਬਚ ਸਕਦੇ ਆ। ਤੇ ਦੂਸਰਾ ਇਹ ਹੈਗਾ ਆ ਕਿ ਐਕਸਰਸਾਈਜ਼ਸ ਬਹੁਤ ਜ਼ਿਆਦਾ ਘੱਟ ਗਈਆਂ ਆ। ਹੁਣ ਇੱਕ ਸ਼ੋਸ਼ੇ ਸਟਾਰਟ ਹੋ ਗਏ ਆਰਟੀਫਿਸ਼ੀਅਲ, ਕਿ ਠੀਕ ਆ ਜਿਮਸ ਦੇ ਵਿੱਚ ਚਲੇ ਜਾਂਦੇ ਆ, ਉੱਥੇ ਜਾ ਕੇ ਠੀਕ ਹੈ ਆਪਣੇ ਪ੍ਰੋਟੀਨ ਪਾਊਡਰ ਸ਼ੁਰੂ ਕਰ ਦਿੰਦੇ ਆ। ਕਿੰਨੀਆਂ, ਤੁਸੀਂ ਸੋਚੋ ਆਪਣੇ ਆਪ ਨੂੰ ਕਿੰਨਾ ਜ਼ਿਆਦਾ ਆਰਟੀਫਿਸ਼ੀਅਲ ਬਣਾ ਚੁੱਕੇ ਆ, ਜਿਹਦੇ ਵਿੱਚ ਤੁਹਾਨੂੰ ਇਹ ਚੀਜ਼ ਦੀ ਪ੍ਰੋਪਰ ਸਮਝ ਹੀ ਨਹੀਂ ਲੱਗ ਰਹੀ ਹੈਗੀ ਕਿ ਅਸਲ 'ਚ ਆਪਾਂ ਚਾਹੁੰਦੇ ਕੀ ਆ ਜਾਂ ਅਸੀਂ ਆਪਣੀ ਬੋਡੀ ਨੂੰ ਕੀ ਦੇ ਰਹੇ ਹੈਗੇ ਆ।
ਐਕਸਰਸਾਈਜ਼ ਜਿਹੜੀ ਆ ਤੁਸੀਂ ਚਾਹੇ ਉਹਨੂੰ ਘੰਟਾ ਕਰਦੇ ਹੋ ਚਾਹੇ ਅੱਧਾ ਘੰਟਾ ਕਰਦੇ ਹੋ, ਮੈਂ ਤਾਂ ਇਹ ਕਹਿੰਦੀ ਕਿ ਜਿਨ੍ਹਾਂ ਨੇ ਹਲੇ ਤੱਕ ਸ਼ੁਰੂਆਤ ਹੀ ਨਹੀਂ ਕੀਤੀ, ਕਮ ਸੇ ਕਮ ਤੁਸੀਂ 10 ਮਿੰਟ 15 ਮਿੰਟ ਤੋਂ ਐਕਸਰਸਾਈਜ਼ ਸ਼ੁਰੂ ਕਰੋ, ਤਾਂ ਕਿ ਜਿਹੜੀ ਆ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਘੰਟਿਆਂ ਬੱਧੀ ਐਕਸਰਸਾਈਜ਼ ਹੀ ਕਰਨੀ ਹੈਗੀ ਆ, ਜਿਨ੍ਹਾਂ ਨੂੰ ਹਲੇ ਤੱਕ ਬਿਲਕੁਲ ਇਹਦਾ ਸਟਾਰਟਅਪ ਹੀ ਹੈ ਨਹੀਂਗਾ, ਤੁਸੀਂ ਉਹਨੂੰ 15 ਮਿੰਟ ਤੋਂ 10 ਮਿੰਟ ਤੋਂ ਸ਼ੁਰੂਆਤ ਕਰੋ, ਤੁਹਾਡੀ ਬਾਡੀ ਉਸ ਚੀਜ਼ ਨੂੰ ਫੀਲ ਕਰੂਗੀ, ਤੁਹਾਨੂੰ ਇੰਡੀਕੇਟ ਦਊਗੀ, ਤੁਹਾਡੀ ਜਿਹੜੀਆਂ ਇਨਫੈਕਸ਼ਨਸ ਆ ਉਹਨੂੰ ਕਿਉਰ ਕਰਨਾ ਸ਼ੁਰੂ ਕਰੂਗੀ, ਠੀਕ ਹੈ। ਇਸੀ ਵਜ੍ਹਾ ਨਾਲ ਜਿਹੜੇ ਸਾਡੇ ਬਜ਼ੁਰਗ ਸੀ ਜਾਂ ਪਹਿਲੇ ਲੋਕੀ ਸੀਗੇ, ਉਹ ਇਹਨਾਂ ਚੀਜ਼ਾਂ ਨੂੰ ਪਚਾ ਲੈਂਦੇ ਸੀ। ਤੀਜਾ ਇਹਦੇ ਵਿੱਚ ਕੀ ਆਉਂਦਾ ਆ ਕਿ ਬਹੁਤ ਜ਼ਿਆਦਾ ਤੁਹਾਨੂੰ ਇਹਦੇ ਵਿੱਚ ਸੈਲਫ ਸਰਚ ਸੈਲਫ ਸਟੱਡੀ ਦੀ ਜ਼ਰੂਰਤ ਹੈ। ਕਿਉਂ ਜ਼ਰੂਰਤ ਹੈ ਉਹਦੇ ਲਈ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਆਪਾਂ ਕਹਿ ਤਾਂ ਦਿੰਦੇ ਆ ਕਿ ਪਹਿਲੇ ਟਾਈਮ 'ਚ ਵੀ ਸਾਡੇ ਬਜ਼ੁਰਗ ਇਹੀ ਖਾਂਦੇ ਸੀਗੇ, ਹੁਣ ਕਿੱਦਾਂ ਇਹ ਸਭ ਚੀਜ਼ਾਂ ਮਤਲਬ ਕੰਪਲੀਟ ਹੁੰਦੀਆਂ ਨਹੀਂ ਹੈਗੀਆਂ। ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਪਹਿਲੇ ਟਾਈਮ ਦੇ ਵਿੱਚ ਵੀ ਜਿਹੜੇ ਸਾਡੇ ਬਜ਼ੁਰਗ ਸੀ, ਉਹ ਜੌਂ, ਜਵਾਰ, ਮਿਲਟਸ ਇਹ ਚੀਜ਼ਾਂ ਦਾ ਸੇਵਨ ਕਰਦੇ ਸੀ, ਇਸ ਕਰਕੇ ਉਹ ਬਹੁਤ ਸਾਰੀਆਂ ਪ੍ਰੋਬਲਮਸ ਤੋਂ ਬਚ ਜਾਂਦੇ ਸੀਗੇ, ਠੀਕ ਹੈ। ਤੇ ਇਸ ਕਰਕੇ ਜਿਹੜੇ ਦੁੱਧ ਵਗੈਰਾ ਵੀ ਆ ਉਹਨਾਂ ਨੂੰ ਪਚ ਜਾਂਦੇ ਸੀਗੇ। ਹੁਣ ਤੁਸੀਂ ਆਲਰੇਡੀ ਇਹ ਚੀਜ਼ਾਂ ਨੂੰ ਖਾਂਦੇ ਨਹੀਂ ਆ, ਕਿਉਂਕਿ ਇਹ ਗਲੂਟਨ ਫ੍ਰੀ ਆ, ਠੀਕ ਹੈ। ਗਲੂਟਨ ਕੀ ਚੀਜ਼ ਹੈ? ਲਚਕ, ਜਿਹੜੀ ਕਿ ਆਟੇ ਨੂੰ ਔਰ ਪਾਣੀ ਦੇ ਕੰਬੀਨੇਸ਼ਨ ਦੇ ਵਿੱਚ ਮਿਲ ਕੇ ਇੱਕ ਲਚਕਦਾਰ ਪ੍ਰੋਸੈਸ ਕਰਦੀ ਹੈਗੀ ਆ, ਜਿਹਦਾ ਤੁਹਾਨੂੰ ਟੇਸਟ ਆਉਂਦਾ ਆ। ਔਰ ਜਿਹੜੇ ਇਹ ਮਿਲਟਸ ਹੈਗੇ ਆ ਉਹਦੇ ਵਿੱਚ ਗਲੂਟਨ ਬਿਲਕੁਲ ਨਹੀਂ ਹੈਗੀ, ਕਿਉਂਕਿ ਗਲੂਟਨ ਨਹੀਂ ਹੈਗੀ ਇਟ ਮੀਨਸ ਇਹ ਸਾਡੀ ਬਾਡੀ ਲਈ ਬਿਲਕੁਲ ਪਰਫੈਕਟ ਆ। ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ 10 ਤੋਂ 12% ਜਿਹੜਾ ਰੇਸ਼ਾ ਹੈਗਾ ਆ ਇਹਦੇ ਵਿੱਚ ਹੁੰਦਾ ਆ, ਜੋ ਕਿ ਸਾਡੀ ਬਾਡੀ ਲਈ, ਸਾਡੇ ਗਟ ਸਿਸਟਮ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਬਾਕੀ ਚੀਜ਼ਾਂ ਦੇ ਵਿੱਚ ਇਹ ਚੀਜ਼ਾਂ ਮੌਜੂਦ ਨਹੀਂ ਹੁੰਦੀਆਂ, ਇਸ ਕਰਕੇ ਉਹ ਜਿਹੜੀ ਆ ਬਿਲਕੁਲ ਜ਼ਰੂਰਤ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ। ਤੇ ਥਰਡ ਨੰਬਰ ਤੇ ਆਉਂਦੇ ਹੈਗੇ ਆ ਕੁਝ ਹਰਬਸ ਤੇ ਐਕਸਟ੍ਰੈਕਟਸ, ਜਿਹੜੇ ਕਿ ਬਹੁਤ ਜ਼ਿਆਦਾ ਜ਼ਰੂਰੀ ਆ। ਕੁਝ ਇਦਾਂ ਦੀਆਂ ਹਰਬਸ ਹੈਗੀਆਂ ਆ ਜਿਹੜੀ ਕਿ ਸਾਡੀ ਬਾਡੀ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਸਾਨੂੰ ਜਿਹੜੇ ਸਿਸਟਮ ਨੂੰ ਬਿਲਕੁਲ ਠੀਕ ਕਰਦੀਆਂ ਹੈਗੀਆਂ। ਜਿਵੇਂ ਕਿ ਤੁਸੀਂ ਦੇਖ ਸਕਦੇ ਆ ਕਿ ਬਕਵੀਟ ਹੈਗੀ ਆ, ਜਿਹਦੇ ਵਿੱਚ ਬਹੁਤ ਸਾਰੀ ਮਾਤਰਾ ਚ ਰਿਊਟਿਨ ਹੁੰਦਾ ਆ। ਹੁਣ ਰਿਊਟਿਨ ਕਿਹਦੇ ਵਿੱਚ ਹੁੰਦਾ ਆ? ਜਿਵੇਂ ਕਿ ਸਿਟਰਸ ਫਰੂਟਸ ਦੇ ਵਿੱਚ, ਜਿਵੇਂ ਕਿ ਔਰੰਜ ਦੇ ਵਿੱਚ ਪਾਇਆ ਜਾਂਦਾ, ਐਪਲ ਦੇ ਵਿੱਚ ਪਾਇਆ ਜਾਂਦਾ। ਲੇਕਿਨ ਇਹ ਆਪਾਂ ਜਿਹੜਾ ਆ ਰੈਗੂਲਰ, ਜਿੰਨਾ ਸਾਡੀ ਬਾਡੀ ਨੂੰ, ਉਹੀ ਗੱਲ ਆ ਗਈ ਕਿ ਜਿਵੇਂ ਮੈਂ ਨਿਊਟ੍ਰੀਐਂਟਸ ਦੀ ਗੱਲ ਕਰ ਰਹੀ ਆ, ਉਹਨੇ ਨਿਊਟ੍ਰੀਐਂਟਸ ਆਪਾਂ ਆਪਣੀ ਬਾਡੀ ਨੂੰ ਨਹੀਂ ਦੇ ਪਾਉਂਦੇ ਜਿੰਨੇ ਕਿ ਸਾਨੂੰ ਰੈਗੂਲਰ ਚਾਹੀਦੇ ਹੈਗੇ ਆ। ਸਾਡੀ ਬਾਡੀ ਨੂੰ ਰਿਊਟਿਨ ਜ਼ਿਆਦਾ ਮਾਤਰਾ ਚਾਹੀਦਾ ਆ, ਠੀਕ ਹੈ, ਤਾਂ ਕਿ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਸ ਆ, ਕਿਉਂਕਿ ਗਟ ਸਿਸਟਮ ਸਟਰੋਂਗ ਆ ਤੇ ਤੁਹਾਡਾ ਮਾਈਂਡ ਸਟਰੋਂਗ ਆ, ਤੁਸੀਂ ਮੈਂਟਲੀ, ਸਟ੍ਰੈਸ ਅੱਜ ਕੱਲ ਸਾਰਿਆਂ ਨੂੰ ਹੈਗੀ ਆ, ਲੇਕਿਨ ਉਸ ਸਟ੍ਰੈਸ ਨੂੰ ਕਿਵੇਂ ਫ੍ਰੀ ਕਰਨਾ ਆ? ਅਗਰ ਤੁਹਾਡੀ ਬਾਡੀ ਹੈਲਦੀ ਹੈਗੀ ਆ ਤਾਂ ਜਿਹੜਾ ਤੁਸੀਂ ਸਟ੍ਰੈਸ ਆ ਉਹਨਾਂ ਫਾਈਟ ਕਰਕੇ ਉਹ ਚੋਂ ਨਿਕਲ ਸਕਦੇ ਆ। ਦੂਸਰਾ ਇਹ ਹੈਗਾ ਆ ਕਿ ਇਹ ਇਦਾਂ ਦੀ ਚੀਜ਼ ਆ ਕਿ ਜਿਹੜੇ ਤੁਹਾਡੇ ਬਲੱਡ ਪ੍ਰੈਸ਼ਰਸ ਨੂੰ ਨਾਰਮਲ ਰੱਖਦੀ ਆ, ਤੁਹਾਡੇ ਬਲੱਡ ਸ਼ੂਗਰ ਜਿਹੜੀ ਹੈਗੀ ਆ, ਗਲੂਕੋਜ਼ ਲੈਵਲ ਆ ਉਹਨੂੰ ਮੇਨਟੇਨ ਰੱਖਦੀ ਹੈਗੀ ਆ। ਫਿਰ ਤੁਹਾਡੇ ਜਿੰਨੇ ਵੀ ਹੋਰ ਪ੍ਰੋਬਲਮਸ ਹੈਗੀਆਂ ਸਟਮਕ ਨਾਲ ਰਿਲੇਟਿਡ, ਕਿਉਂਕਿ ਪ੍ਰੋਬਲਮ ਸਾਰੀ ਜਿਹੜੀ ਆ ਢਿੱਡ ਤੋਂ ਹੀ ਸ਼ੁਰੂ ਹੁੰਦੀ, ਯਾਨੀ ਕਿ ਸਟਮਕ ਤੋਂ, ਪੇਟ ਤੋਂ ਹਰ ਪ੍ਰੋਬਲਮ ਸ਼ੁਰੂ ਹੁੰਦੀ ਆ। ਫਿਰ ਉਹ ਚਾਹੇ ਮਤਲਬ ਸਿਰ ਦਾ ਦਰਦ ਹੈਗਾ ਆ ਤੇ ਚਾਹੇ ਤੁਹਾਡੇ ਕਹਿ ਲਓ ਗੋਡਿਆਂ ਦਾ ਦਰਦ ਹੈਗਾ ਆ। ਤੀਸਰਾ ਆ ਜਾਂਦਾ ਹੈਗਾ ਆ ਕਿ ਜਿਹੜੇ ਮੈਂ ਤੁਹਾਨੂੰ ਐਕਸਟ੍ਰੈਕਟਸ ਦੀ ਗੱਲ ਕਰ ਰਹੀ ਹੈਗੀ ਆ, ਇਹ ਜਿਹੜੇ ਆ ਬਹੁਤ ਜ਼ਿਆਦਾ ਤੁਹਾਡੇ ਲਈ ਜ਼ਰੂਰੀ ਆ। ਰਿਊਟਿਨ ਦੀ ਮੈਂ ਗੱਲ ਕਰ ਰਹੀ ਸੀਗੀ। ਰਿਊਟਿਨ ਇਹ ਹੈਗਾ ਆ ਕਿ ਜਿਵੇਂ ਰੈਗੂਲਰ, ਮੈਂ ਤੁਹਾਨੂੰ ਅੱਗੇ ਵੀ ਕਈਆਂ ਨੂੰ ਐਗਜ਼ਾਮਪਲਸ ਦੇ ਚੁੱਕੀ ਆ ਕਿ ਮੈਂ ਤੁਹਾਨੂੰ ਕਹਾਂ ਕਿ ਇੰਨੇ ਟਾਈਮ ਦੇ ਵਿੱਚ ਤੁਸੀਂ ਇੰਨੇ ਸੇਬ ਜਾਂ ਇੰਨਾ ਸਿਟਰਸ ਫਰੂਟ ਖਾਣਾ ਆ, ਤਾਂ ਤੁਸੀਂ ਉਹ ਜਿਹੜਾ ਆ ਨਹੀਂ ਖਾ ਸਕਦੇ, ਠੀਕ ਹੈ। ਲੇਕਿਨ ਉਹਦੀ ਜਗ੍ਹਾ ਤੇ ਆਪਾਂ ਜਿਹੜਾ ਕਹਿ ਲਓ ਰਿਊਟਿਨ ਦੀ, ਅਗਰ ਤੁਹਾਨੂੰ ਕੁਝ ਲਿਕੁਇਡ ਫਾਰਮ ਦੇ ਵਿੱਚ ਉਹਦੇ ਹਰਬਸ ਦਾ ਐਕਸਟ੍ਰੈਕਟ ਆਪਾਂ ਲੈਣਾ ਚਾਹੀਏ, ਤਾਂ ਉਹ ਜਿਹੜੀ ਸਾਡੀ ਬਾਡੀ ਦਾ ਜਿਹੜੇ ਨਿਊਟ੍ਰੀਐਂਟ ਦੀ ਜਿੰਨੀ ਮਾਤਰਾ ਸਾਨੂੰ ਚਾਹੀਦੀ ਆ ਰਿਊਟਿਨ ਦੀ, ਉਹ ਜਿਹੜੀ ਸਾਨੂੰ ਮਿਲ ਜਾਂਦੀ ਹੈਗੀ ਆ। ਸੋ ਇਸ ਕਰਕੇ ਆਪਣਾ ਜਿਹੜਾ ਇਹ ਜਿਹੜੇ ਹਰਬਸ ਆਪਾਂ ਐਕਸਟ੍ਰੈਕਟ ਬਣਾਏ ਹੈਗੇ ਆ, ਜਿਨ੍ਹਾਂ ਨੂੰ ਆਪਾਂ ਡ੍ਰੌਪ ਫਾਰਮ ਦੇ ਵਿੱਚ ਦਿੰਨੇ ਆ, ਹੁਣ ਤੱਕ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਕਿਉਰ ਕਰ ਚੁੱਕੇ ਆ। ਔਰ ਖੁਦ ਜਿਹੜੇ ਆ ਮੈਂ ਇਹਨਾਂ ਚੀਜ਼ਾਂ ਨੂੰ ਲੈ ਚੁੱਕੀ ਆ, ਔਰ ਹੁਣ ਤੱਕ ਮੈਨੂੰ ਦੁਬਾਰਾ ਇਹ ਚੀਜ਼ ਕਹਿ ਲਓ ਕਦੀ ਕੋਈ ਇਨਫੈਕਸ਼ਨ ਔਰ ਪ੍ਰੋਬਲਮ, ਕਰੋਨਾ ਕਾਲ ਦੇ ਵਿੱਚ ਹਰ ਕਿਸੇ ਨੂੰ ਇਨਫੈਕਸ਼ਨਸ ਹੋਈਆਂ ਆ, ਠੀਕ ਹੈ, ਚਾਹੇ ਕਿਸੇ ਨੂੰ ਨਾਰਮਲ ਨਜ਼ਲਾ ਜ਼ੁਕਾਮ ਹੀ ਹੋਇਆ ਹੋਵੇ, ਲੇਕਿਨ ਅਸੀਂ ਕਿਉਂ ਬਚੇ ਆ? ਸਿਰਫ ਇਸ ਕਰਕੇ ਡਾਕਟਰ ਆਜ਼ਾਦ ਜੀ ਨੇ ਇਹ ਵੀ ਕਿਹਾ ਸੀਗਾ ਕਿ ਮਾਸਕ ਨਹੀਂ ਲਗਾਣੇ, ਜਾਂ
ਬਹੁਤ ਸਾਰੇ ਜਿਹੜੇ ਆ ਮਾਸਕ ਅਸੀਂ ਲਗਾਉਂਦੇ ਵੀ ਨਹੀਂ ਸੀਗੇ, ਲੇਕਿਨ ਬਚੇ ਕਿੱਦਾਂ ਸੀਗੇ ਫਿਰ ਲੋਕਾਂ ਨੇ ਤਾਂ ਮਾਸਕ ਲਗਾਉਂਦੇ ਲਗਾਉਂਦੇ ਵੀ ਕਈਆਂ ਨੂੰ ਇੰਨੀ ਪ੍ਰੋਬਲਮ ਆ ਗਈ, ਡੈਥ ਤੱਕ ਪਹੁੰਚ ਗਏ। ਲੇਕਿਨ ਕਈ ਆਪਾਂ ਕਿਵੇਂ ਬਚੇ ਕਿਉਂਕਿ ਸਾਡੀ ਇਮਿਊਨਿਟੀ ਸਟਰੋਂਗ ਆ। ਇਮਿਊਨਿਟੀ ਕਿੱਦਾਂ ਸਟਰੋਂਗ ਆ? ਕਿਉਂਕਿ ਆਪਾਂ ਬੈਸਟ ਫੂਡ ਖਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੈ, ਬੈਸਟ ਆਪਣੇ ਵੱਲੋਂ ਅਸੀਂ ਪੈਸਾ ਵੀ ਖਰਚ ਕਰ ਰਹੇ ਹਾਂ, ਘਰ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਅਵੇਲੇਬਲ ਵੀ ਹੋ ਰਹੀ ਆ, ਲੇਕਿਨ ਫਿਰ ਵੀ ਪ੍ਰੋਬਲਮਸ ਆ ਰਹੀਆਂ ਆ। ਉਹ ਪ੍ਰੋਬਲਮਸ ਕਿਉਂ ਆ ਰਹੀਆਂ ਆ? ਹਰ ਵੈਬੀਨਾਰ, ਹਰ ਸੈਮੀਨਾਰ 'ਚ ਬਾਰ-ਬਾਰ ਦੱਸਿਆ ਜਾਂਦਾ ਆ ਕਿ ਜਿਹੜੇ ਤੁਹਾਡੇ ਤੁਸੀਂ ਪੈਸਾ ਵੀ ਖਰਚ ਕਰ ਰਹੇ ਹੋ, ਠੀਕ ਹੈ, ਢੇਰ ਸਾਰੀਆਂ ਆਪਣੇ ਪ੍ਰੋਪਰ ਕਹਿ ਲਓ ਕਿ ਨਿਊਟ੍ਰੀਸ਼ਨਲ ਵੈਲਿਊਜ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹੋ ਕਿ ਟਾਈਮ ਤੇ ਫਰੂਟ ਖਾਈਏ, ਸੈਲਡ ਖਾਈਏ, ਸਪਰਾਊਟਸ ਖਾਈਏ, ਨਟਸ ਖਾਈਏ, ਸੀਡਸ ਖਾਈਏ, ਬਟ ਫਿਰ ਵੀ ਪ੍ਰੋਬਲਮਸ ਕਿਉਂ ਆਉਂਦੀਆਂ? ਪ੍ਰੋਬਲਮਸ ਤੁਹਾਡੇ ਇੱਥੇ ਆ। ਆਲਰੇਡੀ ਡਾਕਟਰ JS ਵਿਰਕ ਜੀ ਵੀ ਬਾਰ-ਬਾਰ ਤੁਹਾਨੂੰ ਇਹੀ ਦੱਸਦੇ ਹੈਗੇ, ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਡਾਕਟਰ ਆਜ਼ਾਦ ਜੀ ਵੀ ਇਹ ਚੀਜ਼ਾਂ ਦੱਸਦੇ ਹੈਗੇ ਆ ਕਿ ਜਦ ਤੱਕ ਤੁਸੀਂ ਆਪਣੇ ਮਾਈਂਡ ਨੂੰ ਇਹਨਾਂ ਚੀਜ਼ਾਂ ਤੋਂ ਨਹੀਂ ਸਮਝਾਉਂਦੇ ਹੈਗੇ ਕਿ ਹਾਂ ਮੈਂ ਠੀਕ ਆ, ਇੱਕ ਵਿਸ਼ਵਾਸ ਆ, ਉਹ ਵਿਸ਼ਵਾਸ ਕਿੱਥੋਂ ਹੁੰਦਾ? ਦਿਮਾਗ ਤੋਂ। ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਮੈਨੂੰ ਵਿਸ਼ਵਾਸ ਹੋ ਗਿਆ ਤਾਂ ਮੈਂ ਇਹਨੂੰ ਸਟਾਰਟ ਕਰ ਲਿਆ, ਨੋ। ਜਦ ਤੱਕ ਤੁਹਾਡਾ ਦਿਮਾਗ ਇਸ ਚੀਜ਼ ਨੂੰ ਐਗਰੀ ਨਹੀਂ ਕਰਦਾ ਤਦ ਤੱਕ ਤੁਸੀਂ ਜਿਹੜਾ ਹੈਗੇ ਆ ਇਸ ਚੀਜ਼ ਤੇ ਜਿਹੜਾ ਵਿਸ਼ਵਾਸ ਨਹੀਂ ਕਰ ਸਕਦੇ। ਉਹਨੂੰ ਕਿੱਦਾਂ ਐਗਰੀ ਕਰਵਾਉਣਾ ਆ? ਐਗਰੀ ਕਰਵਾਉਣ ਲਈ ਦੇਖੋ ਸਭ ਤੋਂ ਵੱਡਾ ਪਹਿਲਾ ਸਿਸਟਮ ਆਂਦਾ ਸਟ੍ਰੈਸ। ਆਪਾਂ ਹਰ ਚੀਜ਼ ਨੂੰ ਸਟ੍ਰੈਸ ਲੈ ਕੇ, ਇੰਨੀ ਕੁ ਸਟ੍ਰੈਸ ਲੈ ਕੇ ਬਹਿ ਜਾਂਦੇ ਆ, ਸਾਨੂੰ ਏਦਾਂ ਲੱਗਦਾ ਕਿ ਪਤਾ ਨਹੀਂ ਇਹ ਚੀਜ਼ ਹੋਣੀ ਨਹੀਂ, ਜਾਂ ਮੈਂ ਕੁਝ ਗਲਤ ਕਰ ਦਿੱਤਾ, ਜਾਂ ਪਤਾ ਨਹੀਂ ਇਹ ਕਿੱਦਾਂ ਕੰਪਲੀਟ ਹੋਊਗਾ। ਪਹਿਲਾਂ ਤਾਂ ਸਾਰੀਆਂ ਚੀਜ਼ਾਂ ਇਹਨੂੰ ਇੱਕ ਸਾਈਡ ਤੇ ਰੱਖ ਕੇ ਆਪਣੇ ਦਿਮਾਗ ਨੂੰ ਰਿਲੈਕਸ ਕਰੋ, ਉਹਨੂੰ ਸੋਚੋ ਕਿ ਹਾਂ ਮੈਂ ਇਹ ਚੀਜ਼ਾਂ ਜਿਹੜੀਆਂ ਹੋ ਚੁੱਕੀਆਂ ਆ ਜਾਂ ਫਿਊਚਰ ਦੇ ਵਿੱਚ ਹੋਰ ਨਾ ਹੋਵੇ, ਜਾਂ ਇਹਨੂੰ ਕਿੱਦਾਂ ਸਿਕਿਉਰ ਕਰਨਾ ਆ, ਉਹਦੇ ਲਈ ਇੱਕ ਸਟ੍ਰੈਟਜੀਜ਼, ਪਲਾਨਸ ਬਣਾਉਣੇ ਸ਼ੁਰੂ ਕਰੋ। ਉਹਨੂੰ ਸਟ੍ਰੈਸ ਲੈ ਕੇ, ਇਹ ਨਹੀਂ ਕਿ ਸਟ੍ਰੈਸ ਲੈ ਕੇ ਅਸੀਂ ਬੈਠ ਗਏ ਆ ਜਾਂ ਉਹ ਚੀਜ਼ ਕੰਪਲੀਟ ਨਹੀਂ ਹੋ ਰਹੀ, ਠੀਕ ਹੈ, ਏਦਾਂ ਨਹੀਂ ਇਹ ਚੀਜ਼ਾਂ ਹੋ ਸਕਦੀਆਂ, ਕਿਉਂਕਿ ਇਹ ਚੀਜ਼ ਤੁਹਾਡੇ ਦਿਮਾਗ ਚੋਂ ਜਦੋਂ ਨਿਕਲ ਗਈ ਉਦੋਂ ਤੁਹਾਡੀ ਪੋਜ਼ਿਟਿਵਿਟੀ ਜਿਹੜੀ ਆ ਕ੍ਰੀਏਟ ਹੋਣੀ ਸ਼ੁਰੂ ਹੋ ਜਾਣੀ। ਔਰ ਇਹਨੂੰ ਕੱਢਣ ਵਾਸਤੇ ਪੋਜ਼ਿਟਿਵਿਟੀ ਦਾ ਆਣਾ ਬਹੁਤ ਜ਼ਿਆਦਾ ਜ਼ਰੂਰੀ ਆ। ਪੋਜ਼ਿਟਿਵਿਟੀ ਕਿੱਦਾਂ ਲਿਆ ਸਕਦੇ ਆ? ਕਿ ਇਨਸਪੀਰੇਸ਼ਨ ਲਓ, ਹਰ ਚੀਜ਼ ਨੂੰ ਗੁੱਡ ਸੋਚੋ ਕਿ ਠੀਕ ਹੈ ਇਹ ਚੀਜ਼ ਹੋ ਗਈ ਆ, ਬਟ ਡੋਂਟ ਵਰੀ, ਵੀ ਕੈਨ ਡੂ ਇਟ। ਆਪਾਂ ਇਹਨੂੰ ਕਰ ਸਕਦੇ ਆ ਔਰ ਆਪਾਂ ਕਰ ਲੈਣਾ ਆ। ਔਰ ਇਹ ਚੀਜ਼ਾਂ ਜਿਹੜੀਆਂ ਉਦਾਂ ਵੀ ਹੋ ਜਾਣੀਆਂ ਤੇ ਸਟ੍ਰੈਸ ਲੈ ਕੇ ਵੀ ਹੋ ਜਾਣੀਆਂ। ਸਟ੍ਰੈਸ ਲੈ ਕੇ ਤੁਸੀਂ ਆਪਣੇ ਆਪ ਨੂੰ ਬਿਮਾਰ ਕਰੋਗੇ, ਆਪਣੀ ਮਤਲਬ ਇਨਫੈਕਸ਼ਨ ਕ੍ਰੀਏਟ ਕਰੋਗੇ, ਬਾਡੀ ਦੇ ਲੈਵਲ ਵਿਗੜੂਗੇ, ਤੁਹਾਡੇ ਬਲੱਡ ਪ੍ਰੈਸ਼ਰ ਨਹੀਂ ਪ੍ਰੋਪਰ ਸੈਟਅਪ ਚ ਰਹੋਗੇ, ਗਲੂਕੋਜ਼ ਲੈਵਲ ਵਧੂਗਾ, ਤੁਹਾਡੀ ਬਾਡੀ ਤੁਹਾਨੂੰ ਇੰਡੀਕੇਟ ਕਰੂਗੀ that you are not good। ਤੁਸੀਂ ਹਮੇਸ਼ਾ ਇੱਕ ਲਥਾਰਜਿਕ ਫੀਲ ਕਰੋਗੇ, ਲੇਜ਼ੀਨੈਸ ਫੀਲ ਕਰੋਗੇ, ਵੀਕ ਫੀਲ ਕਰੋਗੇ, ਇਮਿਊਨਿਟੀ ਤੁਹਾਡੀ ਦਿਨ ਬਰ ਦਿਨ ਡਾਊਨ ਹੁੰਦੀ ਜਾਊਗੀ। ਔਰ ਇਹ ਚੀਜ਼ਾਂ ਆ ਇੱਕ ਪਾਸੇ, ਔਰ ਇੱਕ ਪਾਸੇ ਜਿਹੜੀ ਆ ਤੁਹਾਡੀ ਪੋਜ਼ਿਟਿਵਿਟੀ ਆ, ਜਿਹਦੇ ਵਿੱਚ ਕੀ ਹੈਗਾ ਆ ਕਿ everything is perfect or everything will perfect and all is well। ਇਹ ਜਿਹੜੀਆਂ ਕੁਝ ਮੋਟੀਵੇਸ਼ਨਲ ਚੀਜ਼ਾਂ ਮੈਂ ਇਸ ਕਰਕੇ ਦੱਸ ਰਹੀ ਹੈਗੀ ਆ, ਤੁਹਾਨੂੰ ਆਲਰੇਡੀ ਸਾਰਿਆਂ ਨੂੰ ਪਤਾ ਆ, ਬਟ ਮੈਂ ਫੇਰ ਵੀ ਇਹ ਚੀਜ਼ਾਂ ਇਸ ਕਰਕੇ ਦੱਸ ਰਹੀ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਵੀ, ਉਹਨੂੰ ਇਹੀ ਹਮੇਸ਼ਾ ਸੋਚੋ ਕਿ ਮੈਂ ਬਿਲਕੁਲ ਠੀਕ ਆ, ਕੋਈ ਪ੍ਰੋਬਲਮ ਨਹੀਂ ਆ, ਸਭ ਕੁਝ ਠੀਕ ਹੋ ਜਾਣਾ। ਉਹ ਕਿਉਂ ਹੋ ਜਾਣਾ? ਕਿਉਂਕਿ ਇਹ ਸਾਰਿਆਂ ਨੂੰ ਪਤਾ ਆ ਕਿ ਯੂਨੀਵਰਸ ਔਰ ਨੇਚਰ ਇਹਦੇ ਵਿੱਚ ਜਿੱਦਾਂ ਦੀਆਂ ਰੇਜ਼ ਭੇਜੂਗੇ 100 ਤੋਂ 1000 ਗੁਣਾ ਵਾਪਿਸ ਰੇਜ਼ ਉਦਾਂ ਦੀਆਂ ਆਉਗੀਆਂ। ਉਹਨੂੰ ਨੈਗੇਟਿਵਿਟੀ ਚ ਭੇਜੂਗੇ, ਸਟ੍ਰੈਸ ਵਾਲੀਆਂ ਰੇਜ਼ ਭੇਜੂਗੇ ਤਾਂ ਆਲ ਟਾਈਮ ਤੁਹਾਡੇ ਸਿਰ ਤੇ ਜਿਹੜੀ ਉਹ ਸਟ੍ਰੈਸ ਹੀ ਰਹੂਗੀ। ਅਗਰ ਪੋਜ਼ਿਟਿਵ ਭੇਜੂਗੇ ਤਾਂ ਆਲ ਟਾਈਮ ਪੋਜ਼ਿਟਿਵਿਟੀ, ਇੱਕ ਦਿਨ, 2 ਦਿਨ, 10 ਦਿਨ, 15 ਦਿਨ, ਲੇਕਿਨ ਉਹ ਚੀਜ਼ਾਂ ਜਿਹੜੀਆਂ ਪੋਜ਼ਿਟਿਵ ਹੋਣੀਆਂ ਤੁਹਾਡੀਆਂ ਸ਼ੁਰੂ ਹੋ ਜੂਗੀਆਂ। ਔਰ ਤੁਹਾਨੂੰ ਸੇਮ ਐਜ਼ ਇਹ ਮੈਂ ਤੁਹਾਨੂੰ ਇੱਕ ਪਰਸਨਲ ਐਕਸਪੀਰੀਅੰਸ ਵੀ ਤੁਹਾਨੂੰ ਦੱਸ ਦਿੱਤਾ ਹੈਗਾ, ਔਰ ਤੁਹਾਨੂੰ ਇੱਕ ਇਹਦੇ ਵਿੱਚ ਮੈਂ ਤੁਹਾਡੀਆਂ ਬਿਮਾਰੀ ਦੇ ਵੀ ਦੱਸ ਦਿੰਨੀ ਆ ਕਿ ਜਿੰਨੀ ਮਰਜ਼ੀ ਵੱਡੀ ਪ੍ਰੋਬਲਮ ਹੋਵੇ, ਚਾਹੇ ਉਹ ਬੱਚਾ ਆ, ਚਾਹੇ ਵੱਡਾ ਆ, ਚਾਹੇ ਬਜ਼ੁਰਗ ਆ, ਅਗਰ ਤੁਸੀਂ ਇਸ ਚੀਜ਼ ਨੂੰ ਆਪਣੇ ਅੰਦਰ ਪੋਜ਼ਿਟਿਵਿਟੀ ਲੈ ਕੇ ਆਉਂਦੇ ਹੋ ਕਿ that I am perfect ਜਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਤਾਂ ਤੁਸੀਂ 100% ਜਿਹੜੇ ਆ ਠੀਕ ਹੋ ਜਾਂਦੇ। ਤੁਹਾਡੀ ਇਮਿਊਨਿਟੀ ਨੂੰ ਪੋਜ਼ਿਟਿਵਿਟੀ ਚਾਹੀਦੀ ਆ। ਤੁਸੀਂ ਆਪਣੀ ਇਮਿਊਨਿਟੀ ਨੂੰ ਗੁੱਡ ਫੂਡ ਦੇ ਰਹੇ ਆ, ਹਰਬਲ ਜਿਹੜੀ ਟੀ ਦੇ ਰਹੇ ਆ, ਉਹਨੂੰ ਵਧੀਆ ਖਾਣਾ ਦੇ ਰਹੇ ਆ, ਪੈਸੇ ਉੱਤੇ ਇੰਨੇ ਖਰਚ ਕਰ ਰਹੇ ਆ, ਲੇਕਿਨ ਇਮਿਊਨਿਟੀ ਫੇਰ ਡਾਊਨ ਦੀ ਡਾਊਨ ਆ। ਉਹ ਕਿਉਂ ਡਾਊਨ ਆ? ਉਹ ਸਿਰਫ ਇਸੇ ਕਰਕੇ ਡਾਊਨ ਆ ਕਿਉਂਕਿ ਆਪਾਂ ਜਿਹੜੀ ਆ ਉਹਨੂੰ ਪ੍ਰੋਪਰ ਲਹਿਜੇ ਵਿੱਚ ਆਪਾਂ ਉਹਨੂੰ ਸਟ੍ਰੈਸ ਦਿੱਤੀ ਹੋਈ ਆ। ਦਿਮਾਗ ਨੂੰ ਤਾਂ ਦਿੱਤੀ ਆ, ਦਿਮਾਗ ਨੇ ਇਮਿਊਨਿਟੀ ਨੂੰ ਸਟ੍ਰੈਸ ਦਿੱਤੀ, ਉਹਨੇ ਉਹਨੂੰ ਇੰਨਾ ਕੁ ਡਾਊਨ ਕਰ ਦਿੱਤਾ ਕਿ ਆਪਾਂ ਆਪਣੇ ਸਾਰੇ ਕੰਮ ਛੱਡ ਕੇ ਸਿਰਫ ਕੀ ਸੋਚਦੇ ਆ ਕਿ ਮੈਂ ਠੀਕ ਨਹੀਂ ਆ ਜਾਂ ਮੈਂ ਨਹੀਂ ਕੰਮ ਕਰ ਸਕਦੀ ਜਾਂ ਸਕਦਾ। ਕਿਉਂ? ਕਿਉਂਕਿ ਮੈਂ ਇਸ ਟਾਈਮ ਗੁੱਡ ਫੀਲ ਨਹੀਂ ਕਰ ਰਹੀ, ਠੀਕ ਹੈ, ਮੇਰਾ ਕਹਿ ਲਓ ਕਿ ਮੇਰੀ ਬਾਡੀ ਮੇਰਾ ਸਾਥ ਨਹੀਂ ਦੇ ਰਹੀ। ਉਹ ਕਿਉਂ ਨਹੀਂ ਦੇ ਰਹੀ?
ਗੁੱਡ ਫੂਡ ਲੈ ਰਹੇ ਆ, ਪੈਸਾ ਖਰਚ ਕਰ ਰਹੇ ਆ, ਸਭ ਕੁਝ ਆ ਰਿਹਾ ਆ, ਲੇਕਿਨ ਉਹ ਚੀਜ਼ਾਂ ਕਿਉਂ ਨਹੀਂ ਮਿਲ ਰਹੀਆਂ? ਕਿਉਂਕਿ ਤੁਸੀਂ ਆਪਣੀ ਇਮਿਊਨਿਟੀ ਨੂੰ ਬਹੁਤ ਜ਼ਿਆਦਾ ਡਾਊਨ ਕਰ ਲਿਆ। ਉਹਨੂੰ ਅਪ ਕਰਨ ਲਈ, ਉਹਨੂੰ ਗੁੱਡ ਕਰਨ ਲਈ, ਉਹਨੂੰ ਮੇਨਟੇਨ ਕਰਨ ਲਈ ਬੱਚਿਆਂ ਨੂੰ ਵੀ ਇਹੀ ਸਿਖਾਓ, ਬਜ਼ੁਰਗਾਂ ਨੂੰ ਤਾਂ ਆਲਰੇਡੀ ਉਹਨਾਂ ਦੇ ਇੰਨਾ ਐਕਸਪੀਰੀਅੰਸ ਆ ਮੇਰੇ ਹਿਸਾਬ ਨਾਲ, ਉਹ ਜਿਹੜੇ ਹੈਗੇ ਆ ਕਿ ਆਪਣਾ ਸ਼ੇਅਰ ਕਰਿਆ ਕਰਨ ਆਪਣੇ ਬੱਚਿਆਂ ਦੇ ਵਿੱਚ। ਔਰ ਜਿਹੜੇ ਵੱਡੇ ਹੈਗੇ ਆ ਉਹਨਾਂ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਉਹ ਆਪਣੇ ਆਪ ਨੂੰ ਜਿਹੜਾ ਪਰਫੈਕਟ ਦੱਸਣ ਦੀ ਕੋਸ਼ਿਸ਼ ਕਰਨ। ਔਰ ਤੁਸੀਂ ਖੁਦ ਰਿਜ਼ਲਟਸ ਦੇਖੋਗੇ, ਫੂਡ ਤਾਂ ਤੁਹਾਨੂੰ ਰਿਜ਼ਲਟ ਦੇ ਹੀ ਰਿਹਾ ਆ, ਜਿਹਨੇ ਉਹਨੇ ਮਹੀਨੇ 'ਚ ਦੇ ਦੇਣੇ, 10 ਦਿਨ 'ਚ ਦੇ ਦੇਣੇ, ਹਫਤੇ 'ਚ ਦੇ ਦੇਣੇ, ਐਕਸਟ੍ਰੈਕਟਸ ਸਭ ਕੁਝ ਇਹਨਾਂ ਦੇ ਵਿੱਚ ਆਉਂਦਾ ਹੈ। ਲੇਕਿਨ ਜੋ ਤੁਹਾਡਾ ਜਿਹੜਾ ਇੱਕ ਪੋਜ਼ਿਟਿਵਿਟੀ ਆ, ਉਹਨੇ ਤੁਹਾਨੂੰ ਹੁਣੀ ਕੁਝ ਸੈਕਿੰਡਸ ਦੇ ਵਿੱਚ ਹੀ ਰਿਜ਼ਲਟ ਦੇਣੇ ਸ਼ੁਰੂ ਕਰ ਦੇਣੇ ਆ। ਤੁਸੀਂ ਹੁਣ ਉੱਠ ਕੇ ਖੜੇ ਹੋ ਕੇ ਕਹੋ ਕਿ ਐਵਰੀਥਿੰਗ ਇਜ਼ ਪਰਫੈਕਟ ਜਾਂ ਸਭ ਕੁਝ ਵਧੀਆ ਹੈਗਾ ਆ, ਤੇ ਮੇਰੇ ਹਿਸਾਬ ਨਾਲ ਜਿਹੜੀ ਨੇਚਰ ਹੈਗੀ ਆ ਉਹ ਤੁਹਾਨੂੰ 100% ਜਿਹੜਾ ਸਾਥ ਦਿੰਦੀ ਆ। ਇਹਦਾ ਮੇਰਾ ਖੁਦ ਦਾ ਇਸ ਚੀਜ਼ ਦਾ ਐਕਸਪੀਰੀਅੰਸ ਆ, ਮੈਂ ਤੁਹਾਨੂੰ ਆਲਰੇਡੀ ਸ਼ੇਅਰ ਵੀ ਕਰ ਚੁੱਕੀ ਹਾਂ। ਔਰ ਇੱਕ ਛੋਟੀ ਜਿਹੀ ਰਿਕੁਐਸਟ ਆ ਮੇਰੀ ਕਿ ਅਗਰ ਇਹ ਸੈਸ਼ਨ